ਸੋ ਸਟੂਡੈਂਟਸ ਅੱਜ ਤੋਂ ਅਸੀਂ ਇੱਕ ਨਵਾਂ ਪੋਡਕਾਸਟ ਸ਼ੁਰੂ ਕਰਨ ਜਾ ਰਹੇ ਹਾਂ। ਅਟਲ ਇਨੋਵੇਸ਼ਨ ਮਿਸ਼ਨ ਦੇ ਤਹਿਤ ਜਿਹੜੀਆਂ ਅਟਲ ਟਿੰਕਰਿੰਗ ਲੈਬਸ ਆਈਆਂ ਨੇ ਸਕੂਲ ਦੇ ਵਿੱਚ, ਉਹਨਾਂ ਨੇ ਬਹੁਤ ਵਧੀਆ ਸਿਲੇਬਸ ਡਿਜ਼ਾਈਨ ਕੀਤਾ, ਜਿਹਦੇ ਤਹਿਤ ਬੱਚੇ ਦੇ ਮਨ ਦੇ ਵਿੱਚ ਅਗਰ ਕੋਈ ਇਨੋਵੇਟਿਵ ਆਈਡੀਆ ਹੈਗਾ ਤਾਂ ਉਹ ਇਹਨਾਂ ਲੈਬਸ ਦੇ ਵਿੱਚ ਜਾ ਕੇ ਉਹ ਆਪਣਾ ਜਿਹੜਾ ਆਈਡੀਆ ਹੈਗਾ ਉਹਨੂੰ ਕੰਪਲੀਟ ਕਰ ਸਕਦਾ ਹੈਗਾ। ਸੋ ਇਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਐਡਰੈਸ ਦੇਖੋ aim.gov.in, ਇਹ ਵੈਬਸਾਈਟ ਦਾ ਐਡਰੈਸ ਆ। ਜਦੋਂ ਤੁਸੀਂ, ਮੈਂ ਦੁਬਾਰਾ ਸਟਾਰਟਿੰਗ ਤੋਂ ਓਪਨ ਕਰਦਾ, http aim.gov.in, ਇਹਦੇ ਵਿੱਚ AIM ਇਨੀਸ਼ੀਏਟਿਵਸ, ਦੈਨ ਅਟਲ ਟਿੰਕਰਿੰਗ ਲੈਬਸ। ਅਟਲ ਟਿੰਕਰਿੰਗ ਲੈਬ ਦੇ ਵਿੱਚ ATL ਕੈਰੀਕੂਲਮ, ATL ਕੈਰੀਕੂਲਮ ਦੋ ਭਾਸ਼ਾਵਾਂ ਦੇ ਵਿੱਚ ਹੈ, ਇੱਕ ਇੰਗਲਿਸ਼ ਦੇ ਵਿੱਚ, ਇੱਕ ਹਿੰਦੀ ਦੇ ਵਿੱਚ। ਇੰਗਲਿਸ਼ ਦੇ ਵਿੱਚ ਚਲੇ ਜਾਓ, ਇਹਦੇ ਵਿੱਚ ਜਿਹੜਾ 4th ਮੋਡਿਊਲ ਹੈਗਾ ਤੁਹਾਡੇ ਕੋਲ ਫਿਜ਼ੀਕਲ ਕੰਪਿਊਟਿੰਗ IoT ਮੋਡਿਊਲ, ਇਹਦੇ ਉੱਤੇ ਕਲਿੱਕ ਕਰ ਦਿਓ। IoT ਮੋਡਿਊਲ ਦੇ ਵਿੱਚ ਤਕਰੀਬਨ 5 ਐਕਟੀਵਿਟੀ ਕਾਰਡ ਨੇ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜਿਹੜਾ ਫਸਟ ਐਕਟੀਵਿਟੀ ਕਾਰਡ ਹੈਗਾ ਉਹਨੂੰ ਕੰਪਲੀਟ ਕਰਾਂਗੇ। ਮੈਂ ਇੱਥੇ ਕਲਿੱਕ ਕਰਦਾ। ਇਹ ਐਕਟੀਵਿਟੀ ਕਾਰਡ ਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸ ਦਿਆਂ। ਇਹਦੇ ਵਿੱਚ ਅਲਕੋਹਲ ਡਿਟੈਕਸ਼ਨ ਡਿਵਾਈਸ ਬਣਾਇਆ ਹੋਇਆ ਇੱਕ। ਅਲਕੋਹਲ ਡਿਟੈਕਸ਼ਨ ਡਿਵਾਈਸ ਕਿ ਜਿੱਦਾਂ ਕੋਈ ਤੁਸੀਂ ਅਕਸਰ ਦੇਖਿਆ ਹੋਣਾ, ਸ਼ਰਾਬ ਪੀ ਕੇ ਜੇ ਕੋਈ ਡਰਿੰਕ ਕਰਦਾ ਹੈਗਾ ਤਾਂ ਪੁਲਿਸ ਉਹਨੂੰ ਸਰਚ ਆਊਟ ਕਰਦੀ ਹੈਗੀ ਆ, ਰੋਕ ਲੈਂਦੀ ਆ, ਅਤੇ ਉਹ ਵੈਰੀਫਾਈ ਕਰਦੀ ਹੈ ਵੀ ਇਹਨੇ ਸ਼ਰਾਬ ਪੀ ਕੇ ਕੋਈ ਗੱਡੀ ਤਾਂ ਨਹੀਂ ਚਲਾ ਰਿਹਾ। ਤਾਂ ਉਹਨਾਂ ਕੋਲ ਇੱਕ ਡਿਵਾਈਸ ਹੁੰਦਾ, ਉਹ ਡਿਵਾਈਸ ਅਸੀਂ ਅੱਜ ਇੱਥੇ ਜਿਹੜਾ ਹੈਗਾ ਬਣਾਵਾਂਗੇ। ਇੱਕ ਤਾਂ ਇਹਦਾ ਹੀ ਗੱਲ ਇਹ ਹੋਗੀ ਵੀ ਪੁਲਿਸ ਦੁਆਰਾ ਵਰਤਿਆ ਜਾਂਦਾ। ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਅਲਕੋਹਲ ਡਿਟੈਕਸ਼ਨ ਡਿਵਾਈਸ ਦੀਆਂ, ਜਿਨ੍ਹਾਂ ਇੰਡਸਟਰੀਅਲ ਯੂਜ਼ ਨੇ ਅਲਕੋਹਲ ਡਿਟੈਕਸ਼ਨ ਦੇ। ਜਾਂ ਸਪੋਜ਼ ਕਰੋ ਕਿ ਤੁਸੀਂ ਇੱਕ ਨਵਾਂ ਇਨੋਵੇਸ਼ਨ ਆਈਡੀਆ ਲਗਾਉਣਾ ਚਾਹੁੰਦੇ ਹੋ ਵੀ ਤੁਹਾਡੀ ਗੱਡੀ, ਅਗਰ ਕੋਈ ਪਰਸਨ ਅਲਕੋਹਲਿਕ ਹੈਗਾ, ਯਾਨੀ ਉਹਨੇ ਡਰਿੰਕ ਕੀਤੀ ਹੋਈ ਆ, ਅਗਰ ਗੱਡੀ 'ਚ ਬਹਿ ਜਾਂਦਾ ਤਾਂ ਗੱਡੀ ਸਟਾਰਟ ਹੀ ਨਾ ਹੋਵੇ। ਇਸ ਟਾਈਪ ਦੇ ਆਈਡੀਆਜ਼ ਨੂੰ ਜੇ ਤੁਸੀਂ ਪ੍ਰੈਕਟੀਕਲ ਰੂਪ ਦੇਣਾ ਹੈਗਾ ਤਾਂ ਤੁਹਾਨੂੰ ਇਹ ਡਿਵਾਈਸ ਜਿਹੜਾ ਹੈਗਾ ਬਹੁਤ ਮਦਦਗਾਰ ਸਾਬਤ ਹੋਏਗਾ। ਤਾਂ ਇਹਦੇ ਵਿੱਚ ਬਹੁਤ ਛੋਟੀ ਜਿਹੀ ਐਕਟੀਵਿਟੀ ਹੈ ਇਹ, ਕਿ ਤਕਰੀਬਨ 2 ਘੰਟੇ ਦੇ ਵਿੱਚ ਇਹ ਐਕਟੀਵਿਟੀ ਜਿਹੜੀ ਹੈਗੀ ਇੱਕ ਕੰਪਲੀਟ ਹੋ ਜਾਏਗੀ। ਅਤੇ ਏਜ ਗਰੁੱਪ ਜਿਹੜਾ ਹੈਗਾ 11 ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਇਸ ਨੂੰ ਪਰਫੋਰਮ ਕਰ ਸਕਦੇ ਨੇ। ਅਤੇ ਜਿਹੜਾ ਸਬਜੈਕਟ ਇਹਦੇ ਵਿੱਚ ਕੰਪਲੀਟ ਹੋਏਗਾ ਉਹ ਸਾਇੰਸ ਅਤੇ ਕੰਪਿਊਟਿੰਗ ਕੰਪਲੀਟ ਹੋਏਗਾ। ਇਸ ਐਕਟੀਵਿਟੀ ਕਾਰਡ ਦੇ ਵਿੱਚ ਬੱਚੇ ਕੀ ਸਿੱਖਣਗੇ? ਇੱਕ ਤਾਂ ਇਹ ਦੇਖਣਗੇ ਵੀ ਅਲਕੋਹਲ ਸੈਂਸਰ ਕੰਮ ਕਿਵੇਂ ਕਰਦਾ। ਨੰਬਰ 2, ਡਿਜੀਟਲ ਸੈਂਸਰ ਦੀ ਆਊਟਪੁੱਟ ਕਿਵੇਂ ਡਿਸਪਲੇ ਹੁੰਦੀ ਹੈਗੀ ਆ। LED ਲਾਈਟ ਨੂੰ ਆਪਾਂ ਕਿਵੇਂ ਕੰਟਰੋਲ ਕਰਦੇ ਹੈਗੇ ਆ। ਬਟ ਇੱਥੇ ਮੈਂ ਜਿਹੜਾ ਆਪਣੇ ਲੈਕਚਰ ਦੇ ਵਿੱਚ LED ਤੋਂ ਇਲਾਵਾ, ਲਾਈਟ ਐਮਿਟਿੰਗ ਡਾਇਓਡ ਤੋਂ ਇਲਾਵਾ LCD ਵਾਲਾ ਮੋਡਿਊਲ ਵੀ ਇਨਕਲੂਡ ਕੀਤਾ ਹੈਗਾ, ਅਤੇ ਨਾਲ ਬਜ਼ਰ ਵੀ ਸੈਕਿੰਡ ਮੋਡਿਊਲ ਦੇ ਵਿੱਚ ਇਨਕਲੂਡ ਕੀਤਾ ਹੈਗਾ ਇਸ ਲੈਕਚਰ ਦੇ ਵਿੱਚ। ਤਾਂ ਇਸ ਐਕਟੀਵਿਟੀ ਦਾ ਓਬਜੈਕਟਿਵ ਕੀ ਹੈਗਾ? ਇਸ ਐਕਟੀਵਿਟੀ ਦਾ ਓਬਜੈਕਟਿਵ ਹੈਗਾ ਦਾ ਪ੍ਰੋਬਲਮ ਇਜ਼ ਹਾਊ ਟੂ ਫਾਈਂਡ ਆਊਟ ਪੀਪਲ ਹੂ ਆਰ ਡਰਿੰਕ। ਇਸ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਆ ਉਹਨਾਂ ਨੂੰ ਡਿਟੈਕਟ ਕਰਾਂਗੇ। ਸੋ ਇਹ ਸਾਡੀ ਰਿਕੁਆਇਰਮੈਂਟ ਹੈ ਜੀ। ਰਿਕੁਆਇਰਮੈਂਟ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਇੱਕ LED, ਇੱਕ ਸਾਡੇ ਕੋਲ ਸੈਂਸਰ ਚਾਹੀਦਾ। ਜਿਹੜਾ ਸੈਂਸਰ ਦਾ ਨਾਮ ਹੈਗਾ ਜੀ ਉਹ ਹੈਗਾ MQ3 ਸੈਂਸਰ। ਦੈਨ 5 LED ਚਾਹੀਦੀਆਂ ਨੇ, 5 LED, ਅਤੇ 5 ਹੀ ਰਜਿਸਟੈਂਸ ਚਾਹੀਦੀਆਂ ਨੇ, 5 ਰਜਿਸਟੈਂਸ। ਪਾਵਰ ਚਾਹੀਦੀ ਆ, ਇਹਨੂੰ ਪਾਵਰ ਅਪ ਕਰਨ ਦੇ ਲਈ ਇੱਕ ਸਾਡੇ ਕੋਲੇ ਆਰਡੀਨੋ ਊਨੋ ਦਾ ਇੱਕ ਬੋਰਡ ਚਾਹੀਦਾ ਹੈਗਾ। ਇਹ ਸਾਡੀ ਰਿਕੁਆਇਰਮੈਂਟ ਹੈਗੀ ਹੈ ਇਸ ਐਕਟੀਵਿਟੀ ਨੂੰ ਪਰਫੋਰਮ ਕਰਨ ਦੇ ਲਈ। ਹੁਣ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਸੈਂਸਰ ਹੈਗਾ ਇਹ ਕੰਮ ਕਿਵੇਂ ਕਰਦਾ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਹੈਗੇ ਹਾਂ ਵੀ ਜਿਹੜਾ ਸਾਡੇ ਕੋਲੇ ਸੈਂਸਰ ਹੈਗਾ ਇਹ ਕਾਹਦੇ ਲਈ ਯੂਜ਼ ਕੀਤਾ ਜਾਂਦਾ। ਜਿਹੜਾ MQ3 ਅਲਕੋਹਲ ਸੈਂਸਰ ਹੈਗਾ ਯੂਜ਼ਡ ਫॉर ਡਿਟੈਕਟਿੰਗ। ਅਲਕੋਹਲ ਨੂੰ ਤਾਂ ਇਹ ਡਿਟੈਕਟ ਕਰੇਗਾ ਹੀ ਕਰੇਗਾ, ਬਹੁਤ ਸੈਂਸਿਟਿਵ ਅਲਕੋਹਲ ਦੇ ਪ੍ਰਤੀ। ਉਸ ਤੋਂ ਬਾਅਦ CH4 ਯਾਨੀ ਕਿ ਮਿਥੇਨ ਨੂੰ ਵੀ ਡਿਟੈਕਟ ਕਰੇਗਾ। ਅਲਕੋਹਲ ਨੂੰ ਡਿਟੈਕਟ ਕਰੇਗਾ ਹੀ ਕਰੇਗਾ, ਮਿਥੇਨ ਨੂੰ ਡਿਟੈਕਟ ਕਰੇਗਾ, ਬੈਨਜ਼ੀਨ ਨੂੰ ਡਿਟੈਕਟ ਕਰੇਗਾ, ਗੈਸੋਲੀਨ ਨੂੰ ਡਿਟੈਕਟ ਕਰੇਗਾ, ਹੈਗਜ਼ੇਨ ਨੂੰ ਡਿਟੈਕਟ ਕਰੇਗਾ, ਕਾਰਬਨ ਮੋਨੋਆਕਸਾਈਡ ਨੂੰ ਡਿਟੈਕਟ ਕਰੇਗਾ, ਅਤੇ LPG ਨੂੰ ਵੀ ਇਹ ਡਿਟੈਕਟ ਕਰੇਗਾ। ਯਾਨੀ ਕਿ MQ3 ਸੈਂਸਰ ਨੂੰ ਅਸੀਂ ਇਹਨਾਂ
ਗੈਸਿਸ ਨੂੰ ਡਿਟੈਕਟ ਕਰਨ ਦੇ ਲਈ ਵੀ ਵਰਤ ਸਕਦੇ ਹਾਂ। ਸੋ ਇਹਦੀਆਂ ਐਪਲੀਕੇਸ਼ਨਸ ਬਹੁਤ ਜ਼ਿਆਦਾ ਵਾਈਡ ਨੇ। ਹੁਣ ਇਹਦੇ ਵਿੱਚ ਹੁੰਦਾ ਕੀ ਹੈ, ਇਹਦੇ ਵਿੱਚ ਜਿਹੜਾ ਸੈਂਸਿਟਿਵ ਮਟੀਰੀਅਲ ਮੇਨਲੀ ਹੁੰਦਾ ਹੈਗਾ ਉਹ ਟਿਨ ਡਾਈਆਕਸਾਈਡ ਹੁੰਦਾ, ਯਾਨੀ ਕਿ SnO2 ਟਿਨ ਡਾਈਆਕਸਾਈਡ, ਜਿਹੜਾ ਕਿ ਅਲਕੋਹਲ ਦੇ ਪ੍ਰਤੀ ਬਹੁਤ ਜ਼ਿਆਦਾ ਸੈਂਸਿਟਿਵ ਹੈਗਾ। ਲੇਕਿਨ ਜਦੋਂ ਫਰੈਸ਼ ਏਅਰ ਹੁੰਦੀ ਹੈ ਜਿਸ ਦੇ ਵਿੱਚ ਅਲਕੋਹਲ ਨਹੀਂ ਹੁੰਦੀ ਹੈਗੀ ਤਾਂ ਉਹਦੀ ਜਿਹੜੀ ਇਲੈਕਟ੍ਰੀਕਲ ਕੰਡਕਟੀਵਿਟੀ ਹੈ ਲੋਅਰ ਇਲੈਕਟ੍ਰੀਕਲ ਕੰਡਕਟੀਵਿਟੀ ਹੋਏਗੀ। ਲੇਕਿਨ ਜਦੋਂ ਹੀ ਜਿਹੜਾ ਇਹ ਸੈਂਸਰ ਹੈਗਾ ਪੁਆਇੰਟਡ ਕਲੋਜ਼ਰ ਟੂ ਅਲਕੋਹਲ ਗੈਸ ਦੇ ਜਦੋਂ ਹੀ ਇਹ ਕਲੋਜ਼ ਆਉਂਦਾ ਹੈਗਾ ਤਾਂ ਜਿਹੜੀ ਇਹਦੀ ਕੰਡਕਟੀਵਿਟੀ ਆ ਉਹ ਇਨਕਰੀਜ਼ ਹੋ ਜਾਂਦੀ ਹੈ। ਕੰਡਕਟੀਵਿਟੀ ਇਨਕਰੀਜ਼ ਹੋ ਗਈ ਤਾਂ ਜਿਹੜੀ the increase in the sensor conductivity is directly proportional to the alcohol concentration। ਜਿਹੜੀ ਇਹਦੀ ਕੰਡਕਟੀਵਿਟੀ ਹੈ ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈਗੀ ਆ ਅਲਕੋਹਲ ਕੰਸਨਟ੍ਰੇਸ਼ਨ ਦੇ। ਜਿੰਨੀ ਮਾਤਰਾ ਜ਼ਿਆਦਾ ਅਲਕੋਹਲ ਦੀ ਹੋਊਗੀ ਤਾਂ ਉਨੀ ਹੀ ਇਹਦੀ ਕੰਡਕਟੀਵਿਟੀ ਇਨਕਰੀਜ਼ ਹੋਊਗੀ। ਤੋਂ ਇਸ ਗੱਲ ਤੋਂ ਇਹ ਡਿਟੈਕਟ ਹੋ ਜਾਂਦਾ ਵੀ ਏਅਰ ਦੇ ਵਿੱਚ ਅਲਕੋਹਲ ਦੀ ਮਾਤਰਾ ਹੈਗੀ ਆ ਕਿ ਨਹੀਂ ਹੈਗੀ। ਇਹ ਮੇਰੇ ਕੋਲ MQ3 ਸੈਂਸਰ ਹੈਗਾ। MQ3 ਸੈਂਸਰ ਦੀਆਂ ਮੇਰੇ ਕੋਲ 4 ਪਿੰਸ ਹੈਗੀਆਂ ਨੇ। ਪਹਿਲੀ ਹੈਗੀ ਪੋਜ਼ਿਟਿਵ VCC ਯਾਨੀ ਕਿ +5 ਵੋਲਟੇਜ, ਦੂਜੀ ਹੈ ਜੀ ਗਰਾਊਂਡ ਦੀ, ਤੇ ਆਊਟਪੁੱਟ ਦੇ ਲਈ ਮੇਰੇ ਕੋਲ 2 ਹੈਗੀਆਂ ਨੇ ਪਿੰਸ, ਇੱਕ ਹੈਗੀ D0 ਇੱਕ ਹੈਗੀ A0। ਇਹ ਹੈਗੀ ਮੇਰੇ ਕੋਲ ਡਿਜੀਟਲ ਆਊਟ, ਡਿਜੀਟਲ ਆਊਟ ਯਾਨੀ ਕਿ ਇੱਥੇ ਮੈਨੂੰ ਆਊਟਪੁੱਟ ਕੀ ਮਿਲੂਗੀ, 0 ਮਿਲੂਗੀ ਜਾਂ 1 ਮਿਲੂਗੀ, ਯਾਨੀ ਕਿ ਏਅਰ ਦੇ ਵਿੱਚ ਅਲਕੋਹਲ ਪ੍ਰੈਜ਼ੈਂਟ ਹੈ ਜਾਂ ਨਹੀਂ ਹੈ। ਲੇਕਿਨ ਸੈਕੰਡ ਕੇਸ ਦੇ ਵਿੱਚ ਮੈਨੂੰ ਇੱਕ ਨੂਮੈਰਿਕ ਵੈਲਿਊ ਮਿਲੂਗੀ ਜਿਹੜੀ ਕਿ 0 ਤੋਂ ਲੈ ਕੇ 500 ਤੱਕ ਵੀ ਹੋ ਸਕਦੀ ਹੈਗੀ ਆ। ਤਾਂ ਉਸ ਰੇਂਜ ਦੇ ਇੰਟੈਂਸਿਟੀ ਦੇ ਅਕੋਰਡਿੰਗਲੀ ਉਹ ਡਿਸਾਈਡ ਕੀਤਾ ਜਾਂਦਾ ਵੀ ਇਹ ਏਅਰ ਦੇ ਵਿੱਚ ਕਿੰਨੀ ਮਾਤਰਾ, ਯਾਨੀ ਕਿ ਇੱਥੇ ਅਸੀਂ ਡਿਫਰੈਂਟ ਲੈਵਲਸ ਨੇ ਉਹਨਾਂ ਨੂੰ ਅਸੀਂ ਡਿਟੈਕਟ ਕਰ ਸਕਦੇ ਹਾਂ ਇਸ ਸੈਂਸਰ ਦੀ ਵਰਤੋਂ ਦੇ ਨਾਲ। ਲੇਕਿਨ ਡਿਜੀਟਲ ਦੇ ਵਿੱਚ ਸਾਡੇ ਕੋਲ ਸਿਰਫ ਇੰਨਾ ਹੀ ਦੱਸੂਗਾ ਵੀ ਅਲਕੋਹਲ ਪ੍ਰੈਜ਼ੈਂਟ ਹੈ ਜਾਂ ਨਹੀਂ ਹੈ। ਸਟੂਡੈਂਟਸ ਨੈਕਸਟ ਅਸੀਂ ਦੇਖਦੇ ਹਾਂ ਪ੍ਰੋਗਰਾਮ ਜਿਹੜਾ ਕਿ ਮਾਈਕਰੋ ਕੰਟਰੋਲਰ ਦੇ ਵਿੱਚ ਰਾਈਟ ਕਰਨਾ। ਤੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਐਨਾਲੌਗ ਪੈਨ ਹੈਗੀ ਆ ਉਹਦੀ ਪ੍ਰੋਗਰਾਮਿੰਗ ਦੇਖਾਂਗੇ ਤੇ ਨਾਲ ਅਸੀਂ 5 LED ਲਾਏ ਹੋਏ ਨੇ। ਤੇ ਇੱਥੇ ਮੇਰੇ ਕੋਲੇ ਸਭ ਤੋਂ ਪਹਿਲਾਂ ਮੈਂ ਡਿਫਾਈਨ ਕੀਤਾ ਵੀ ਜਿਹੜਾ ਸੈਂਸਰ ਹੈਗਾ ਉਹਦੀ ਆਊਟਪੁੱਟ ਪਿਨ ਕਿੰਨੇ ਨੰਬਰ ਪਿਨ ਦੇ ਉੱਤੇ ਲੱਗੂ, A0 ਦੇ ਉੱਤੇ, ਯਾਨੀ ਕਿ A0 ਦੇ ਉੱਤੇ ਮੈਂ ਸੈਂਸਰ ਦੀ ਐਨਾਲੌਗ ਪਿਨ ਕਨੈਕਟ ਕਰਤੀ। ਦੈਨ LEDs ਕਿਹੜੀਆਂ ਪਿਨ ਦੇ ਉੱਤੇ ਲੱਗਣਗੀਆਂ, ਤਾਂ LEDs ਦੀ ਪਿਨ ਮੇਰੇ ਕੋਲੇ ਪਿਨ ਨੰਬਰ 2 ਤੋਂ ਲੈ ਕੇ ਡਿਜੀਟਲ ਦੀਆਂ, ਯਾਦ ਰੱਖਿਓ ਡਿਜੀਟਲ ਦੀ ਪਿਨ ਨੰਬਰ 2 ਤੋਂ ਲੈ ਕੇ 6 ਤੱਕ ਲੱਗਣਗੀਆਂ। 1 2 3 4 5 ਇੱਥੇ ਮੈਂ ਡਿਸਾਈਡ ਕੀਤਾ ਵੀ ਜਿਹੜੀਆਂ ਪਿਨ ਨੰਬਰ 2 ਔਰ 3 ਹੈਗੀਆਂ ਨੇ ਇਹ ਅਗਰ ਮੇਰੇ ਕੋਲੇ ਇਹ ਫਰੈਸ਼ ਏਅਰ ਹੈਗੀ ਹੈ ਯਾਨੀ ਕਿ ਅਲਕੋਹਲ ਨਹੀਂ ਹੈਗੀ। ਲੇਕਿਨ ਜਿਹੜੀ ਮੇਰੇ ਕੋਲੇ ਪਿਨ ਨੰਬਰ 4 ਹੈਗੀ ਹੈ ਅਗਰ ਵਿਦ ਲਿਮਟ ਹੈਗੀ ਆ ਕਿ ਮਤਲਬ ਸ਼ਰਾਬ ਤਾਂ ਪੀਤੀ ਹੋਈ ਆ ਲੇਕਿਨ ਲਿਮਟ ਦੇ ਵਿੱਚ ਪੀਤੀ ਹੋਈ ਹੈਗੀ ਆ। ਤੇ 5 ਤੇ 6 ਦੇ ਵਿੱਚ ਅਗਰ ਉਹ ਲਿਮਟ ਤੋਂ ਬਾਹਰ ਹੈ ਯਾਨੀ ਕਿ ਸਭ ਤੋਂ ਮੈਕਸਿਮਮ ਅਗਰ ਪੀਤੀ ਹੋਈ ਹੈਗੀ ਆ ਤਾਂ 6 ਨੰਬਰ LED ਗਲੋ ਕਰ ਜਾਏਗੀ। ਤੇ ਅਗਰ ਲਿਮਟ ਤੋਂ ਲਿਮਟ ਕ੍ਰਾਸ ਕਰ ਗਈ ਆ ਤਾਂ ਸਾਡੇ ਕੋਲੇ 5th ਨੰਬਰ LED ਗਲੋ ਕਰ ਜਾਏਗੀ। ਇਹਨੂੰ ਕਲਰ ਵੀ ਇਸ ਦੇ ਅਕੋਰਡਿੰਗਲੀ ਹੀ ਦਿੱਤੇ ਹੋਏ ਨੇ। ਸੋ ਕਲਰ ਦੇ ਲਈ ਆ ਜਿਹੜੇ ਮੇਰੇ ਕੋਲ 2 LEDs ਹੈਗੀਆਂ ਨੇ ਇਹ ਹੈਗੀਆਂ ਨੇ ਜੀ ਰੈੱਡ। ਅਗਰ ਰੈੱਡ LED ਗਲੋ ਕਰ ਸੌਰੀ ਰੈੱਡ ਨਹੀਂ, ਸੋ ਪਿਨ ਨੰਬਰ 2 ਔਰ 3 ਦੇ ਉੱਤੇ ਜਿਹੜੀਆਂ LED ਕਨੈਕਟਡ ਹੈਗੀਆਂ ਨੇ ਇਹ ਹੈਗੀਆਂ ਨੇ ਜੀ ਗ੍ਰੀਨ LEDs। ਤੇ ਜਿਹੜੀ ਪਿਨ ਨੰਬਰ 4 ਦੇ ਉੱਤੇ LED ਕਨੈਕਟਡ ਹੈਗੀ ਆ ਇਹ ਹੈਗੀ ਬਲੂ LED। ਤੇ ਜਿਹੜੀਆਂ ਪਿਨ ਨੰਬਰ 5 ਔਰ 6 ਦੇ ਉੱਤੇ LEDs ਕਨੈਕਟਡ ਹੈਗੀਆਂ ਨੇ ਉਹ ਹੈਗੀਆਂ ਨੇ ਰੈੱਡ LEDs। ਯਾਨੀ ਕਿ ਅਗਰ ਗ੍ਰੀਨ LEDs ਗਲੋ ਕਰਦੀਆਂ ਨੇ ਤਾਂ ਫਰੈਸ਼ ਏਅਰ ਹੈ, ਏਅਰ ਦੇ ਵਿੱਚ ਅਲਕੋਹਲ ਨਹੀਂ ਹੈਗੀ। ਲੇਕਿਨ ਅਗਰ ਬਲੂ LED ਗਲੋ ਕਰਦੀ ਹੈਗੀ ਆ ਤਾਂ ਉਹਦਾ ਮਤਲਬ ਇਹ ਹੋ ਗਿਆ ਵੀ ਏਅਰ ਦੇ ਵਿੱਚ ਅਲਕੋਹਲ ਹੈਗੀ ਆ ਵਿਦਨ ਲਿਮਟ। ਅਗਰ ਹੈਗੀ ਆ ਤਾਂ ਅਲਕੋਹਲ ਤਾਂ ਉਹ ਬਲੂ LED ਗਲੋ ਕਰ ਦੂਗੀ। ਤੇ ਰੈੱਡ ਦਾ ਮਤਲਬ ਇਹ ਹੋ ਗਿਆ ਕਿ ਜਿਹੜੀਆਂ ਹੈਗੀਆਂ ਨੇ ਉਹ ਲਿਮਟ ਤੋਂ ਜ਼ਿਆਦਾ ਅਲਕੋਹਲ ਦੀ ਮਾਤਰਾ ਜਿਹੜੀ ਏਅਰ ਦੇ ਵਿੱਚ ਪ੍ਰੈਜ਼ੈਂਟ ਹੈਗੀ ਆ। ਤੇ ਇੱਥੇ ਮੈਂ ਇੱਕ ਵੇਰੀਏਬਲ ਡਿਕਲੇਅਰ ਕਰ ਲਿਆ। ਇੱਥੇ ਵੇਰੀਏਬਲ ਦੇ ਵਿੱਚ ਜਿਹੜੀ ਹੈਗੀਆਂ ਨੇ ਸੈਂਸਰ ਦੀਆਂ ਵੈਲਿਊਜ਼ ਆਉਣਗੀਆਂ ਜਿਨ੍ਹਾਂ ਨੂੰ ਅੱਗੇ ਆਪਾਂ ਯੂਜ਼ ਕਰਾਂਗੇ।
ਸੋ ਅਕੋਰਡਿੰਗ ਟੂ ਦਾ ਪ੍ਰੋਗਰਾਮ ਕਿ ਪਹਿਲਾਂ ਆਪਣੇ ਕੋਲ ਸੈਟਅਪ ਹੋ ਗਿਆ। ਸੈਟਅਪ ਤੁਹਾਨੂੰ ਪਤਾ ਹੀ ਹੈਗਾ ਵੀ ਜਿਹੜਾ ਸੈਟਅਪ ਫੰਕਸ਼ਨ ਹੈਗਾ ਇੱਕ ਵਾਰੀ ਚੱਲੂਗਾ। ਤਾਂ ਮੈਂ ਜਿਹੜੀਆਂ ਪਿੰਸ ਡਿਫਾਈਨ ਕੀਤੀਆਂ ਹੋਈਆਂ ਨੇ LED 0 1 2 3 4, ਇਹਨਾਂ ਨੂੰ ਮੈਂ ਦੱਸਿਆ ਵੀ ਇਹ ਆਊਟਪੁੱਟ ਪਿੰਸ ਨੇ। ਦੈਨ ਡਿਜੀਟਲ ਰਾਈਟ, ਕਿ ਡਿਜੀਟਲ ਰਾਈਟ ਦੇ ਵਿੱਚ ਜਿਹੜੀਆਂ ਮੈਂ ਬਾਏ ਡਿਫਾਲਟ ਜਿਹੜੀਆਂ ਵੈਲਿਊਜ਼ ਹੈਗੀਆਂ ਉਹ ਹਾਈ ਕਰਾ ਲਈਆਂ। ਇੱਥੇ ਮੈਂ LEDs ਜਿਹੜੀਆਂ ਹੈਗੀਆਂ ਨੇ ਸਭ ਤੋਂ ਪਹਿਲਾਂ LED ਨੂੰ ਬਾਏ ਡਿਫਾਲਟ ਆਫ ਕਰਾ ਲਿਆ, ਯਾਨੀ ਕਿ ਮੈਂ ਕਾਮਨ ਐਨੋਡ ਵਰਤ ਰਿਹਾ, ਯਾਨੀ ਕਿ ਪੋਜ਼ਿਟਿਵ ਨੂੰ ਮੈਂ ਕਾਮਨ ਕਰਤਾ, ਪੋਜ਼ਿਟਿਵ ਨੂੰ LED ਦੀਆਂ ਨੂੰ, ਤੇ ਨੈਗੇਟਿਵ ਨੂੰ ਮੈਂ ਵੇਰੀ ਕਰਾ ਰਿਹਾ, ਤੇ ਉਹਦੇ ਨਾਲ ਇਹ LEDs ਕੀ ਕਰ ਰਹੀਆਂ ਨੇ, ਗਲੋ ਕਰ ਰਹੀਆਂ ਨੇ। ਫਿਰ ਮੈਂ ਜਿਹੜਾ ਡਾਟਾ ਹੈਗਾ ਉਹਨੂੰ ਸੀਰੀਅਲੀ ਵੀ ਪ੍ਰਿੰਟ ਕਰਾ ਰਿਹਾ, ਤੇ ਸੀਰੀਅਲੀ ਪ੍ਰਿੰਟ ਕਰਾਉਣ ਦੇ ਲਈ ਸੀਰੀਅਲ ਬਿਗਿਨ ਇੰਨੀ ਸਪੀਡ ਦੇ ਉੱਤੇ ਮੇਰੇ ਕੋਲ ਜਿਹੜਾ ਡਾਟਾ ਹੈਗਾ ਸੀਰੀਅਲ ਮੀਟਰ ਦੇ ਉੱਤੇ ਪ੍ਰਿੰਟ ਹੋਊਗਾ। ਪਹਿਲਾਂ ਮੈਸੇਜ ਪ੍ਰਿੰਟ ਕਰਾ ਲਿਆ ਮੈਨੇ, MQ3 ਇਜ਼ ਵਾਰਮਿੰਗ ਅਪ। ਮੈਸੇਜ ਕਿਉਂ ਪ੍ਰਿੰਟ ਕਰਾਇਆ? ਕਿਉਂਕਿ ਤਕਰੀਬਨ ਇਸ ਸੈਂਸਰ ਨੂੰ 2 ਮਿੰਟ ਚਾਹੀਦੇ ਨੇ ਵਾਰਮ ਅਪ ਟਾਈਮ, ਯਾਨੀ ਕਿ ਵਾਰਮ ਅਪ ਹੋਣ ਦੇ ਲਈ, ਅਲਕੋਹਲ ਨੂੰ ਡਿਟੈਕਟ ਕਰਨ ਦੇ ਲਈ। ਅਲਕੋਹਲ ਨੂੰ ਡਿਟੈਕਟ ਕਰਨ ਦੇ ਲਈ ਤਕਰੀਬਨ ਇਹਨਾਂ ਨੂੰ 2 ਮਿੰਟ ਚਾਹੀਦੇ ਨੇ। ਤਾਂ 2 ਮਿੰਟ ਦੇ ਵਕਫੇ ਦੇ ਲਈ ਆਪਾਂ ਨੇ ਇੱਕ ਸਿੰਪਲੀ ਮੈਸੇਜ ਪ੍ਰਿੰਟ ਕਰਾਇਆ, ਤੇ 2 ਮਿੰਟ ਲਈ ਆਪਾਂ ਡਿਲੇ ਲਗਾ ਲਈ। ਹੁਣ ਦੇਖੀਏ ਜੀ, ਜਿਹੜਾ ਪ੍ਰੋਗਰਾਮ ਵਾਰ-ਵਾਰ ਚੱਲੇਗਾ, ਯਾਨੀ ਕਿ ਲੂਪ ਦੇ ਵਿੱਚ ਕਿਹੜਾ ਪ੍ਰੋਗਰਾਮ ਚੱਲੂਗਾ। ਲੂਪ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਨੇ ਜਿਹੜੀ ਐਨਾਲੌਗ ਵੈਲਿਊ ਉਹਨੂੰ ਰੀਡ ਕਰਾ ਕੇ ਜਿਹੜਾ ਵੇਰੀਏਬਲ ਉੱਪਰ ਡਿਕਲੇਅਰ ਕੀਤਾ ਸੀਗਾ ਉਹਦੇ ਵਿੱਚ ਇਨਸਰਟ ਕਰਾ ਲਿਆ। ਦੈਨ ਉਸ ਵੈਲਿਊ ਨੂੰ ਸੀਰੀਅਲ ਮੋਨੀਟਰ ਦੇ ਉੱਤੇ ਪ੍ਰਿੰਟ ਕਰਾ ਲਿਆ। ਇਹ ਮੇਰੇ ਕੋਲ ਸੀਰੀਅਲ ਮੋਨੀਟਰ ਦੇ ਉੱਤੇ ਜਿਹੜੀ ਵੈਲਿਊ ਹੈਗੀ ਆ ਉਹ ਪ੍ਰਿੰਟ ਹੋ ਗਈ ਆ। ਦੈਨ ਅਗਰ ਵੈਲਿਊ ਮੇਰੇ ਕੋਲੇ 60 ਤੋਂ ਘੱਟ ਹੈ, ਯਾਨੀ ਕਿ ਹੁਣ ਤੁਸੀਂ ਇਹ ਦੇਖੋ ਵੀ 0 ਤੋਂ ਲੈ ਕੇ 500 ਤੱਕ ਮੈਂ ਰੇਂਜ ਰੱਖੀ ਆ, ਠੀਕ ਹੈ। 500 ਦੇ ਵਿੱਚੋਂ 0 ਤੋਂ ਲੈ ਕੇ 120 ਇਹ ਨਾਰਮਲ ਰੇਂਜ ਹੈ। ਅਗਰ ਲੈਸ ਦੈਨ ਹੋ ਗਿਆ ਤਾਂ ਇੱਥੇ ਮੇਰੇ ਕੋਲ ਜਿਹੜੀਆਂ LEDs ਕਿਹੜੀਆਂ ਆਨ ਹੋਣਗੀਆਂ, ਗ੍ਰੀਨ LEDs। ਹੁਣ 120 ਨੂੰ ਮੈਂ ਦੁਬਾਰਾ ਦੋ ਹਿੱਸਿਆਂ ਦੇ ਵਿੱਚ ਵੰਡ ਲਿਆ, ਯਾਨੀ ਕਿ 0 ਤੋਂ ਲੈ ਕੇ 60 ਤੱਕ। ਅਗਰ ਵੈਲਿਊ ਮੇਰੇ ਕੋਲੇ 0 ਤੋਂ ਲੈ ਕੇ 60 ਤੱਕ ਹੈਗੀ ਆ ਤਾਂ ਮੇਰੇ ਕੋਲ ਜਿਹੜੀ ਫਸਟ LED ਆ ਉਹ ਗਲੋ ਹੋ ਜਾਏਗੀ। ਆ ਮੇਰੇ ਕੋਲ ਫਸਟ LED ਗਲੋ ਹੋ ਗਈ। ਲੇਕਿਨ ਅਗਰ 60 ਤੋਂ ਲੈ ਕੇ 120 ਤੱਕ ਹੈਗੀ ਆ ਤਾਂ ਮੇਰੇ ਕੋਲੇ ਸੈਕੰਡ LED ਗ੍ਰੀਨ LED ਆ ਉਹ ਗਲੋ ਹੋ ਜਾਏਗੀ। ਇੱਥੇ ਵੀ ਮੇਰੇ ਕੋਲੇ ਗ੍ਰੀਨ LED ਗਲੋ ਹੋਏਗੀ। ਤਾਂ ਇਸ ਕੰਡੀਸ਼ਨ ਦੇ ਵਿੱਚ ਵੀ ਮੇਰੇ ਕੋਲੇ ਗ੍ਰੀਨ LED ਜਿਹੜੀ ਹੈਗੀ ਆ ਉਹ ਗਲੋ ਹੋਏਗੀ। ਲੇਕਿਨ ਜਿੱਦਾਂ ਹੀ ਵੈਲਿਊ ਜਿਹੜੀ ਹੈਗੀ ਆ 120 ਤੋਂ ਅਪ ਹੋ ਜਾਂਦੀ ਆ, 120 ਇੱਥੇ ਇੱਕ ਚੀਜ਼ ਜ਼ਰੂਰ ਦੇਖਿਓ ਵੀ 60 ਤੋਂ ਜਾਂ 60 ਤੋਂ ਜ਼ਿਆਦਾ ਹੈਗੀ ਆ। ਇੱਥੇ ਮੇਰੇ ਕੋਲ ਜੇ 120 ਜਾਂ 120 ਤੋਂ ਜ਼ਿਆਦਾ ਹੈਗੀ, ਜੇ 400 ਜਾਂ 400 ਤੋਂ ਉੱਪਰ ਹੈਗੀ, ਜਿਵੇਂ ਹੀ ਵੈਲਿਊ ਜਿਹੜੀ ਹੈਗੀ ਆ 120 ਤੋਂ ਅਪ ਜਾਂਦੀ ਆ, ਗ੍ਰੇਟਰ ਦੈਨ 120 ਬਟ ਲੈਸ ਦੈਨ 400, ਤਾਂ ਮੇਰੇ ਕੋਲੇ ਜਿਹੜੀ ਬਲੂ LED ਆ, ਗ੍ਰੀਨ ਤਾਂ ਮੇਰੇ ਕੋਲੇ ਆਨ ਹੋਣਗੀਆਂ ਹੀ ਹੋਣਗੀਆਂ, ਤੇ ਨਾਲ ਦੀ ਨਾਲ ਬਲੂ LED ਵੀ ਮੇਰੇ ਕੋਲੇ ਆਨ ਹੋ ਜਾਏਗੀ। ਤਾਂ ਬਲੂ LED ਦੇ ਉੱਤੇ ਮੈਂ ਲੋ ਸਿਗਨਲ ਸੈਂਡ ਕਰਤਾ। ਜਿਹੜੀਆਂ ਵੀ LED ਨੂੰ ਮੈਂ ਆਨ ਕਰਾਉਣਾ ਹੈਗਾ ਉਹਨਾਂ ਦੇ ਉੱਤੇ ਮੈਂ ਲੋ ਸਿਗਨਲ ਜਿਹੜਾ ਹੈਗਾ ਉਹ ਸੈਂਡ ਕਰ ਦਾਂਗਾ। ਇੱਥੇ ਮੇਰੇ ਕੋਲ ਮੈਸੇਜ ਪ੍ਰਿੰਟ ਹੋ ਜਾਊਗਾ, ਡਰਿੰਕ ਵਿਦਿਨ ਦਾ ਲੀਗਲ ਲਿਮਟ, ਕਿ ਡਰਿੰਕ ਕੀਤੀ ਤਾਂ ਹੋਈ ਆ ਬਟ ਲੀਗਲ ਲਿਮਟ ਦੇ ਵਿੱਚ ਉਹ ਡਰਿੰਕ ਜਿਹੜੀ ਹੈਗੀ ਆ ਕੀਤੀ ਹੋਈ ਹੈਗੀ ਆ। ਜਿਵੇਂ ਹੀ ਜਿਹੜੀ ਹੈਗੀ ਆ ਸੈਂਸਰ ਦੀ ਵੈਲਿਊ 400 ਤੋਂ ਵੱਧ ਜਾਏਗੀ, ਯਾਨੀ ਕਿ ਗ੍ਰੇਟਰ ਦੈਨ ਔਰ ਇਕੁਅਲ ਟੂ 400 ਤਾਂ ਬਟ ਲੈਸ ਦੈਨ 500, ਦੈਨ ਮੇਰੇ ਕੋਲੇ 4 LEDs ਗਲੋ ਹੋ ਜਾਣਗੀਆਂ, 2 ਗ੍ਰੀਨ, 1 ਬਲੂ ਤੇ 1 ਰੈਡ। ਤਾਂ ਇਹਦੇ ਮੇਰੇ ਕੋਲ ਚਾਰਾਂ ਦਾ ਮਤਲਬ ਕੀ ਹੋਇਆ ਕਿ ਜਿਹੜੀ ਹੈਗੀ ਆ ਸ਼ਰਾਬ ਜ਼ਿਆਦਾ ਪੀਤੀ ਹੋਈ ਹੈ। ਨੈਕਸਟ ਕੰਡੀਸ਼ਨ ਦੇ ਵਿੱਚ ਮੇਰੇ ਕੋਲ ਅਗਰ ਵੈਲਿਊ 500 ਹੈ, ਇਕੁਅਲ ਟੂ 500 ਜਾਂ 500 ਤੋਂ ਜ਼ਿਆਦਾ ਹੈਗੀ ਆ, ਤਾਂ ਮੇਰੇ ਕੋਲੇ ਜਿਹੜੀ ਵੈਲਿਊ ਹੈਗੀ ਆ ਬਹੁਤ ਜ਼ਿਆਦਾ ਐਕਸੀਡ ਕਰ ਗਈ ਆ। ਤਾਂ ਇੱਥੇ ਮੇਰੇ ਕੋਲੇ ਉਹ ਵੀ ਲਿਮਟ ਤੋਂ ਬਾਹਰ ਹੋ ਚੁੱਕੀ ਆ,
ਤਾਂ ਮੈਸੇਜ ਮੇਰੇ ਕੋਲ ਪ੍ਰਿੰਟ ਹੋ ਜਾਊਗਾ ਕਿ ਸ਼ਰਾਬ ਪੀਤੀ ਹੋਈ ਹੈ ਜੀ, ਜ਼ਿਆਦਾ ਪੀਤੀ ਹੋਈ ਹੈਗੀ ਆ। ਉਸ ਤੋਂ ਬਾਅਦ ਜਦੋਂ ਇਹ ਸੀਗਾ ਆਪਣੇ ਕੋਲ ਸੈਂਸਿੰਗ ਕਿ ਸਾਰੀਆਂ ਜਿਹੜੀਆਂ ਵੈਲਿਊਜ਼ ਹੈਗੀਆਂ ਸੈਂਸ ਹੋ ਗਈਆਂ, ਲੇਕਿਨ ਇਹ ਪ੍ਰੋਸੈਸ ਜਿਹੜੀ ਹੈਗੀ ਬਾਰ-ਬਾਰ ਚੱਲਦੀ ਰਹਿਣੀ ਚਾਹੀਦੀ ਹੈ। ਤਾਂ ਇੱਥੇ 2 ਮਿੰਟ ਦਾ ਆਪਾਂ ਸਮਾਂ ਲੈ ਲਿਆ, 1 ਮਿਲੀ ਸੈਕਿੰਡ ਤੇ 2 ਮਿਲੀ ਸੈਕਿੰਡ, 1 ਸੈਕਿੰਡ ਤੇ 2 ਸੈਕਿੰਡ। ਇੱਥੇ ਆਪਾਂ 2 ਸੈਕਿੰਡ ਲਈ ਵੇਟ ਕਰਾ ਲਿਆ। 2 ਸੈਕਿੰਡ ਵੇਟ ਕਰਾਉਣ ਤੋਂ ਬਾਅਦ ਦੁਬਾਰਾ ਜਿਹੜੀਆਂ LEDs ਹੈਗੀਆਂ ਨੇ ਉਹਨਾਂ ਨੂੰ ਆਫ ਕਰਤਾ। ਇਹ ਮੇਰੇ ਕੋਲੇ ਆਫ ਦਾ ਹੈਗਾ ਜੀ, ਵੀ ਇੱਥੇ LEDs ਮੇਰੇ ਕੋਲੇ ਕੀ ਹੋ ਜਾਣਗੀਆਂ, ਆਫ ਹੋ ਜਾਣਗੀਆਂ। ਇਹ ਮੇਰੇ ਕੋਲ ਔਨ ਨਹੀਂ ਹੋਣਗੀਆਂ, ਆਫ। LEDs ਮੇਰੇ ਕੋਲ ਆਫ ਹੋ ਜਾਣਗੀਆਂ। ਸੋ ਇਹ ਸੀਗਾ ਜੀ ਮੇਰੇ ਕੋਲ ਪ੍ਰੋਗਰਾਮ। ਹੁਣ ਇਸ ਤੋਂ ਬਾਅਦ ਅਸੀਂ ਇਸ ਨੂੰ ਕੰਪਾਈਲ ਕਰਾਂਗੇ। ਕੰਪਾਈਲ ਕਰਨ ਤੋਂ ਬਾਅਦ ਇਹਨੂੰ ਆਪਣੇ ਕੰਟਰੋਲਰ ਦੇ ਵਿੱਚ ਅਪਲੋਡ ਕਰ ਦਾਂਗੇ ਤੇ ਉਹਦੀ ਆਊਟਪੁੱਟ ਵੇਖਾਂਗੇ। ਸੋ ਸਟੂਡੈਂਟਸ, ਇਹ ਹੈਗਾ ਸਾਡੇ ਕੋਲ ਵਰਕਿੰਗ ਮਾਡਲ ਕਿ ਅਲਕੋਹਲ ਡਿਟੈਕਸ਼ਨ ਯੂਜ਼ਿੰਗ ਦਾ ਆਰਡੀਨੋ ਊਨੋ ਐਂਡ MQ3 ਸੈਂਸਰ। ਇਹ ਮੇਰੇ ਕੋਲ ਸੈਂਸਰ ਆ। ਇਹ ਸੈਂਸਰ ਜਿਹੜਾ ਹੈਗਾ ਉਹ ਹੈਗਾ MQ3, ਆ ਲਿਖਿਆ ਹੋਇਆ MQ3। ਇਹਦੀਆਂ ਬੇਸਿਕਲੀ 4 ਲੱਤਾਂ ਨੇ, ਯਾਨੀ ਕਿ 4 ਪਿੰਸ ਨੇ। ਪਹਿਲੀ ਪਿੰਨ ਜਿਹੜੀ ਹੈਗੀ ਆ VCC ਆ, ਦੂਜੀ ਗਰਾਊਂਡ ਹੈ ਯਾਨੀ ਕਿ ਪਾਵਰ ਹੋ ਗਈ, ਤੀਜੀ ਹੈਗੀ ਡਿਜੀਟਲ ਆਊਟ ਅਤੇ ਚੌਥੀ ਹੈਗੀ ਐਨਾਲੌਗ ਆਊਟ। ਜਿਹੜੀਆਂ ਪਾਵਰ ਦੀਆਂ ਨੇ, ਇੱਥੋਂ ਅਸੀਂ ਇਹਨੂੰ 5 ਵੋਲਟ ਜਿਹੜਾ ਸੀਗਾ ਉਹ ਦੇ ਦਿੱਤਾ। 5 ਵੋਲਟ ਯਾਨੀ ਕਿ ਪਾਵਰ ਚੱਲੀ ਗਈ ਇਹਦੇ ਤੋਂ। ਜਦੋਂ ਪਾਵਰ ਆ ਗਈ ਤਾਂ ਜਿਹੜੀ ਇਹਦੀ ਪਾਵਰ ਵਾਲੀ LED ਆ ਉਹ ਗਲੋ ਕਰ ਗਈ। ਅਤੇ ਜਿਹੜੀ ਇਹਦੀ ਕੈਲੀਬ੍ਰੇਸ਼ਨ ਹੈਗੀ ਆ ਤਾਂ ਉਹ ਇਸ ਪੁਆਇੰਟ ਦੇ ਉੱਤੋਂ, ਇਸ ਪ੍ਰੀਸੈਟ ਤੋਂ ਕੀਤੀ ਜਾਊਗੀ। ਅਤੇ ਜਿਹੜੀ ਐਨਾਲੌਗ ਆਊਟ ਹੈਗੀ ਆ, ਐਨਾਲੌਗ ਆਊਟ ਜਿਹੜੀ ਹੈਗੀ ਆ ਸਾਡੇ ਕੋਲੇ, ਉਹ ਅਸੀਂ ਲਗਾਤੀ ਹੈ ਜੀ A0 ਦੇ ਉੱਤੇ। ਆ ਰਹੀ A0, ਆ ਇਸ ਪੁਆਇੰਟ ਦੇ ਉੱਤੇ ਸਾਡੇ ਕੋਲ ਐਨਾਲੌਗ ਆਊਟ ਆ ਗਈ। ਆ ਹਰੀ ਪਿੰਨ ਜਿਹੜੀ ਹੈਗੀ ਹੈ। ਇਸ ਤੋਂ ਬਾਅਦ ਇਹ ਸਾਡੀਆਂ ਪਾਵਰ ਦੀਆਂ ਨੇ, ਕਿਉਂਕਿ ਪਾਵਰ ਅਸੀਂ ਆਰਡੀਨੋ ਤੋਂ ਹੀ ਦੇ ਰਹੇ ਹਾਂ। ਇਹ ਸਾਡੇ ਕੋਲ ਬ੍ਰੈਡ ਬੋਰਡ ਦੇ ਵਿੱਚ ਅਸੀਂ ਪਾਵਰ ਦੀਆਂ ਐਕਸਟੈਂਡ ਕਰ ਲਈਆਂ। ਇਸ ਤੋਂ ਬਾਅਦ ਦੇਖਣ ਦੇ ਲਈ ਕਿ ਅਲਕੋਹਲ ਦਾ ਲੈਵਲ ਕੀ ਹੈਗਾ, ਤਾਂ ਡਿਜੀਟਲ ਆਊਟ ਯੂਜ਼ ਕੀਤੀਆਂ। ਡਿਜੀਟਲ ਦੀਆਂ ਜਿਹੜੀਆਂ ਪਿੰਨਸ ਯੂਜ਼ ਕੀਤੀਆਂ ਉਹ ਕੀਤੀਆਂ ਪਿੰਨ ਨੰਬਰ 2 ਤੋਂ ਲੈ ਕੇ 6 ਤੱਕ। ਇਹ 5 LED ਲਾਏ ਨੇ। ਆ ਦੇਖੋ, 2 ਤੋਂ ਲੈ ਕੇ 6 ਤੱਕ ਆਪਾਂ ਆਰਡੀਨੋ ਦੇ 5 LED ਲਾਏ ਨੇ, 2 ਤੋਂ ਲੈ ਕੇ 6 ਤੱਕ। LED ਇਸ ਪ੍ਰੋਜੈਕਟ ਦੇ ਵਿੱਚ ਮੈਂ ਤਿੰਨ ਕਲਰ ਦੇ ਯੂਜ਼ ਕੀਤੇ ਨੇ। 2 ਹੈਗੇ ਮੇਰੇ ਕੋਲੇ ਗ੍ਰੀਨ ਕਲਰ ਦੇ। ਇਹ ਗ੍ਰੀਨ ਕਲਰ ਹੈ ਕਿ ਅਗਰ ਨਹੀਂ ਡਰਿੰਕ ਕੀਤੀ ਹੋਈ ਤਾਂ ਜਿਹੜੇ ਗ੍ਰੀਨ ਕਲਰ ਵਾਲੇ LED ਹੈਗੇ ਨੇ ਉਹ ਗਲੋ ਕਰ ਜਾਣਗੇ ਅਕੋਰਡਿੰਗ ਟੂ ਦਾ ਸੈਂਸਰ ਵੈਲਿਊ। ਉਸ ਤੋਂ ਬਾਅਦ ਮੇਰੇ ਕੋਲ ਹੈਗਾ ਜੀ ਬਲੂ LED। ਅਗਰ ਡਰਿੰਕ ਕੀਤੀ ਹੋਈ ਆ ਲੇਕਿਨ ਵਿਦਨ ਲਿਮਟ ਹੈ ਤਾਂ ਮੇਰੇ ਕੋਲ ਇਹ ਬਲੂ LED ਗਲੋ ਕਰ ਜੂਗਾ। ਅਗਰ ਜ਼ਿਆਦਾ ਡਰਿੰਕ ਕੀਤੀ ਹੋਈ ਹੈਗੀ ਆ ਤਾਂ ਮੇਰੇ ਕੋਲ ਇਹ ਰੈੱਡ ਵਾਲੇ ਜਿਹੜੇ LED ਹੈਗੇ ਨੇ ਉਹ ਗਲੋ ਕਰ ਜਾਣਗੇ। ਸੋ ਇਹ ਸੀਗਾ ਸਰਕਟ, ਬੜਾ ਸਿੰਪਲ ਜਿਹਾ ਸਰਕਟ ਆ। ਇੱਕ ਤਾਂ ਅਸੀਂ ਨੇ MQ ਸੈਂਸਰ ਨੂੰ ਇੰਟਰਫੇਸ ਕਰਤਾ ਅਤੇ ਆਊਟਪੁੱਟ ਡਿਸਪਲੇ ਕਰਨ ਦੇ ਲਈ ਅਸੀਂ LED ਸਿਸਟਮ ਯੂਜ਼ ਕਰ ਲਈ। LED ਜਿਹੜੇ ਹੈਗੇ ਨੇ ਉਹ ਯੂਜ਼ਿੰਗ ਦਾ ਰਜਿਸਟੈਂਸ ਅਸੀਂ ਨੇ ਕਨੈਕਟ ਕੀਤੇ ਹੋਏ ਨੇ। ਇਹ ਯੂਜ਼ ਕੀਤੇ ਨੇ ਕਾਮਨ ਐਨੋਡ, ਯਾਨੀ ਕਿ ਪੋਜ਼ੀਟਿਵ ਜਿਹੜਾ ਸੀਗਾ ਇਹਨਾਂ ਦਾ ਕਾਮਨ ਕਰ ਲਿਆ ਅਤੇ ਨੈਗੇਟਿਵ ਦੇ ਦੁਆਰਾ ਅਸੀਂ ਨੇ ਇਹਨੂੰ ਇੱਥੇ ਕਨੈਕਟ ਕੀਤਾ ਪਿੰਨ ਨੰਬਰ 2 ਤੋਂ ਲੈ ਕੇ ਪਿੰਨ ਨੰਬਰ 6 ਤੱਕ। ਹੁਣ ਇਹਦੀ ਜਿਹੜਾ ਆਊਟਪੁੱਟ ਦੇਖਦੇ ਹਾਂ, ਇਹ ਮੇਰੇ ਕੋਲ ਨੋਰਮਲ ਵੈਲਿਊ ਆ ਰਹੀ ਹੈ। ਜੇ ਮੈਂ ਅਲਕੋਹਲਿਕ ਦੇ ਵਿੱਚ ਇਹਨੂੰ ਸੈਂਸਰ ਨੂੰ ਸਮੈਲ ਕਰਾਉਣਾ ਜਾਂ ਅਲਕੋਹਲ ਦੇ ਵਿੱਚ ਪਾਉਣਾ, ਇਹ ਮੇਰੇ ਕੋਲ ਅਲਕੋਹਲ ਹੈ ਤਾਂ ਮੇਰੇ ਕੋਲ ਵਿਦਨ ਲਿਮਟ ਜਿਹੜਾ ਸੀਗਾ, ਵਿਦਨ ਲਿਮਟ ਆਪਾਂ ਅਲਕੋਹਲ ਦਿੱਤੀ ਆ ਤਾਂ ਵਿਦਨ ਲਿਮਟ ਜਿਹੜੀ ਹੈਗੀ ਆ ਉਹ ਮੇਰੇ ਕੋਲ ਬਲੂ LED ਜਿਹੜੀ ਹੈਗੀ ਆ ਉਹ ਗਲੋ ਕਰ ਗਈ ਹੈਗੀ ਆ। ਜਦੋਂ ਮੈਂ ਇਹਨੂੰ ਹਟਾ ਦਾਂਗਾ ਤਾਂ ਥੋੜੀ ਦੇਰ ਬਾਅਦ ਇਹ ਕੀ ਹੋ ਜਾਏਗਾ, ਨਾਰਮਲ ਹੋ ਜਾਊਗਾ। ਸੋ ਇਸ ਦੇ ਨਾਲ ਮੇਰੇ ਕੋਲ ਇੱਕ ਜਿਹੜੀ ਐਕਟੀਵਿਟੀ ਹੈਗੀ ਆ ਉਹ ਤਾਂ ਕੰਪਲੀਟ ਹੋ ਗਈ ਆ। ਨੈਕਸਟ ਅਸੀਂ ਇਹ ਦੇਖਦੇ ਹਾਂ ਜੀ ਵੀ ਅਗਰ LED ਜਗ੍ਹਾ ਦੇ ਉੱਤੇ ਅਸੀਂ LCD ਦਾ ਇੰਟਰਫੇਸ ਕਰਾਉਣਾ ਹੋਵੇ, ਯਾਨੀ ਕਿ LCD ਦੇ ਉੱਤੇ ਆਪਣੇ ਕੋਲ ਇਨਫੋਰਮੇਸ਼ਨ ਆਵੇ ਅਤੇ ਨਾਲ ਦੀ ਨਾਲ ਅਗਰ ਜਿਹੜੀ ਮਾਤਰਾ ਹੈਗੀ ਆ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈਗੀ ਆ ਅਲਕੋਹਲ ਦੀ, ਤਾਂ ਇੱਕ ਬੀਪ ਦੀ ਆਵਾਜ਼ ਸੁਣਾਈ ਦੇਵੇ। ਯਾਨੀ ਕਿ 2 ਅਸੀਂ ਚੀਜ਼ਾਂ ਇਹਦੇ ਵਿੱਚ ਮੋਡੀਫਾਈ ਕਰਤੀਆਂ, ਇੱਕ ਤਾਂ LCD ਇੰਟਰਫੇਸ ਲਾਤਾ, ਇੱਕ ਬਜ਼ਰ ਲਗਾਤਾ। ਸੋ ਇਹਨੂੰ ਕਿੱਦਾਂ ਯੂਜ਼ ਕਰਨਾ ਹੈਗਾ, ਇਹਦੇ ਲਈ ਸਭ ਤੋਂ ਪਹਿਲਾਂ ਸਾਨੂੰ LCD ਦੀ ਜਿਹੜੀ ਲਾਇਬ੍ਰੇਰੀ ਆ ਉਹਨੂੰ ਐਡ ਕਰਨਾ ਪਊਗਾ। ਲਾਇਬ੍ਰੇਰੀ ਨੂੰ ਐਡ ਕਰਨ ਦੇ ਲਈ ਤੁਸੀਂ ਸਕੈਚ ਦੇ ਉੱਤੇ, ਸਕੈਚ ਮੈਨਿਊ ਦੇ ਉੱਤੇ ਕਲਿੱਕ ਕਰੋ, ਦੈਨ ਇਨਕਲੂਡ ਲਾਇਬ੍ਰੇਰੀ, ਇਨਕਲੂਡ ਤੋਂ ਬਾਅਦ ਮੈਨੇਜ ਲਾਇਬ੍ਰੇਰੀਜ਼। ਤਾਂ ਲਿਕੁਇਡ ਕ੍ਰਿਸਟਲ ਡਿਸਪਲੇ ਵਾਲੀ ਜਿਹੜੀ
ਲਾਇਬ੍ਰੇਰੀ ਹੈਗੀ ਆ ਆਲਰੇਡੀ ਇੰਸਟਾਲਡ ਹੈਗੀ ਆ, ਤਾਂ ਇੰਸਟਾਲ ਕਰਨ ਦੇ ਲਈ ਮਤਲਬ ਇੱਥੇ ਜੇ ਨਹੀਂ ਇੰਸਟਾਲ ਹੋਈ ਹੋਊਗੀ ਤਾਂ ਇਹ ਬਟਨ ਜਿਹੜਾ ਹਾਈਲਾਈਟ ਹੋ ਜਾਊਗਾ। ਅਗਰ ਆਲਰੇਡੀ ਇੰਸਟਾਲਡ ਹੈਗੀ ਆ ਤਾਂ ਆਪਣੇ ਕੋਲ ਇੱਥੇ ਲਿਖਿਆ ਹੋ ਜਾਊਗਾ ਆ ਜਾਏਗਾ ਇੰਸਟਾਲਡ। ਸੋ ਮੇਰੇ ਕੋਲ ਆਲਰੇਡੀ ਜਿਹੜੀ ਲਿਕੁਇਡ ਕ੍ਰਿਸਟਲ ਡਿਸਪਲੇ ਵਾਲੀ ਲਾਇਬ੍ਰੇਰੀ ਆ ਇਨਕਲੂਡਡ ਹੈਗੀ ਆ। ਨਾਓ ਅਸੀਂ ਪ੍ਰੋਗਰਾਮ ਤੇ ਜਾਂਦੇ ਹਾਂ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਨੇ ਬਜ਼ਰ ਦੀ ਪਿਨ ਡਿਕਲੇਅਰ ਕੀਤੀ ਹੈ, ਡਿਫਾਈਨ ਬਜ਼ਰ ਪਿਨ ਨੰਬਰ 2, ਯਾਨੀ ਕਿ ਡਿਜੀਟਲ ਪਿਨ ਨੰਬਰ ਯੂਜ਼ ਕੀਤੀ ਹੈ। ਡਿਜੀਟਲ ਦੀ ਪਿਨ ਨੰਬਰ 2 ਦੇ ਉੱਤੇ ਜਿਹੜਾ ਬਜ਼ਰ ਆ ਇਹ ਕਨੈਕਟ ਹੋਏਗਾ। ਜਿਹੜੀਆਂ ਦੋ ਹੈਡਰ ਫਾਈਲਸ ਨੇ ਇਹ LCD ਕਨੈਕਸ਼ਨ ਦੇ ਲਈ ਵਰਤੀਆਂ ਜਾ ਰਹੀਆਂ ਨੇ, ਤੇ LCD ਦੇ ਵਿੱਚ ਮੈਂ ਯੂਜ਼ ਕਰ ਰਿਹਾ I2C ਯਾਨੀ ਕਿ ਸੀਰੀਅਲ ਪੋਰਟ ਕਨੈਕਸ਼ਨਸ। ਤੇ I2C ਦਾ ਇਹ ਮੇਰੇ ਕੋਲ ਐਡਰੈਸ ਹੋ ਗਿਆ। ਤੇ ਜਿਹੜੀ LCD ਵਰਤ ਰਿਹਾ ਉਹ 16 ਕਰੈਕਟਰ ਤੇ 2 ਲਾਈਨਾਂ ਦੀ ਡਿਸਪਲੇ ਵਾਲੀ ਹੈਗੀ ਆ। ਉਹ ਮੇਰੇ ਕੋਲ ਇੱਥੇ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਸਾਰੀ ਮੈਂ ਇੱਥੇ ਪਾਸ ਆਊਟ ਕਰਤੀ ਆ। ਜਿਹੜਾ ਐਨਾਲੌਗ ਪਿਨ ਹੈਗਾ ਕਿ ਸੈਂਸਰ ਕਿੰਨੇ ਨੰਬਰ ਪਿਨ ਦੇ ਉੱਤੇ ਲਾਇਆ ਹੋਇਆ ਅਲਕੋਹਲ ਡਿਟੈਕਟਰ ਵਾਲਾ, ਉਹ ਆਪਾਂ ਐਨਾਲੌਗ ਪਿਨ ਦੇ ਉੱਤੇ A ਨੋਡ ਦੇ ਉੱਤੇ ਹੀ ਲਾਇਆ ਹੋਇਆ। A ਨੋਡ ਦੇ ਉੱਤੇ ਆਪਾਂ ਐਨਾਲੌਗ ਪਿਨ ਜੋੜਤੀ। ਦੈਨ ਇੱਕ ਵੇਰੀਏਬਲ ਡਿਕਲੇਅਰ ਕਰਤਾ ਜੋ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਡਿਕਲੇਅਰ ਕੀਤਾ ਹੋਇਆ ਸੀਗਾ। ਪ੍ਰੋਗਰਾਮ ਸੇਮ ਹੈ ਲੇਕਿਨ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈਗਾ। ਉਹ ਡਿਫਰੈਂਸ ਕੀ ਆ ਆਪਾਂ ਪੂਰਾ ਪ੍ਰੋਗਰਾਮ ਹੀ ਦੇਖਦੇ ਹਾਂ। ਦੈਨ ਸੈਟਅਪ ਦੇ ਵਿੱਚ ਸਭ ਤੋਂ ਪਹਿਲਾਂ ਬਜ਼ਰ ਦੀ ਜਿਹੜੀ ਆਊਟਪੁੱਟ ਹੈਗੀ ਉਹਨੂੰ ਮੈਂ ਡਿਫਾਈਨ ਕਰਤਾ ਵੀ ਜਿਹੜਾ ਬਜ਼ਰ ਹੈਗੀ ਆ ਉਹ ਐਜ਼ ਏ ਆਊਟਪੁੱਟ ਯੂਜ਼ ਹੋਊਗਾ। ਇਹ LED ਨਹੀਂ ਹੈਗਾ, ਇਹ ਬਜ਼ਰ ਦੀ ਆਊਟਪੁੱਟ ਹੈਗੀ ਆ। ਦੈਨ ਬਜ਼ਰ ਦੇ ਉੱਤੇ ਮੈਂ ਲੋ ਕਰਤਾ ਯਾਨੀ ਕਿ ਬਜ਼ਰ ਆਫ ਹੈ ਜੀ ਇਸ ਵਕਤ ਇਸ ਲਾਈਨ ਦੇ ਮੁਤਾਬਿਕ। ਤਾਂ ਮੈਂ ਜਿਹੜਾ ਡਾਟਾ ਹੈਗਾ ਉਹ ਸੀਰੀਅਲ ਮੋਨੀਟਰ ਦੇ ਉੱਤੇ ਵੀ ਡਿਸਪਲੇ ਕਰਾ ਰਿਹਾ। ਤਾਂ ਹੁਣੇ ਦੇਖੋ ਵੀ LCD ਵਰਕਆਊਟ ਕਿਵੇਂ ਕਰ ਰਹੀ ਹੈ ਇਹਨਾਂ ਲਾਈਨਾਂ ਤੋਂ। ਸਭ ਤੋਂ ਪਹਿਲਾਂ LCD ਇਨੀਸ਼ੀਅਲਾਈਜ਼ ਹੋ ਗਈ ਤੇ ਉਹਦੀ ਬਲੈਕ ਲਾਈਟ ਆਨ ਹੋ ਗਈ। ਦੈਨ ਸੈਟ ਕਰਸਰ ਇਜ਼ ਇਕੁਅਲ ਟੂ 00 ਯਾਨੀ ਕਿ ਇਹ ਮੰਨ ਲਓ ਮੇਰੇ ਕੋਲੇ LED ਹੈ, ਤਾਂ ਮੇਰੇ ਕੋਲੇ 2 ਰੋ ਨੇ, 2 ਰੋ ਦੇ ਵਿੱਚ ਇਹ ਮੇਰੇ ਕੋਲੇ 16 ਕਾਲਮ ਨੇ। ਇਹ ਕਾਲਮ ਮੇਰੇ ਕੋਲੇ 0 ਤੋਂ ਲੈ ਕੇ 15 ਤੱਕ ਜਾਣਗੇ। ਇਹ ਮੇਰੇ ਕੋਲੇ 0 ਐਂਡ 1 ਆ ਗਏ। ਜਦੋਂ ਮੈਂ ਕਰਤਾ ਵੀ ਸੈਟ ਕਰਸਰ ਔਨ ਸੈਟ ਕਰਸਰ 00, ਸੈਟ ਕਰਸਰ 00 ਦਾ ਮਤਲਬ ਕੀ ਹੈ ਕਰਸਰ ਇੱਥੇ ਆ ਗਿਆ ਤੇ ਉਹਨੇ ਫਸਟ ਅੱਖਰ ਇੱਥੇ ਲਿਖਣਾ A, ਜਿਹੜੀ ਮੈਂ ਇੱਥੇ ਸਟ੍ਰਿੰਗ ਪਾਸ ਆਊਟ ਕੀਤੀ ਹੋਈ ਹੈ। ਦੈਨ L, ਦੈਨ C, ਦੈਨ O, ਦੈਨ H, ਐਦਾਂ ਕਰਕੇ ਜਿਹੜਾ ਇਹ ਲਿਖਿਆ ਜਾਣਾ ਹੈਗਾ। ਜਦੋਂ ਇਹ ਸਾਰਾ ਲਿਖਿਆ ਗਿਆ ਦੈਨ ਸੈਟ ਕਰਸਰ ਕਮਾਂਡ ਨੈਕਸਟ 0, 1 ਐਂਡ 2 ਯਾਨੀ ਕਿ ਸੈਕਿੰਡ ਕਾਲਮ ਤੇ ਸੈਕਿੰਡ ਰੋ ਇੱਥੇ ਆ ਜਾਏਗਾ ਕਰਸਰ। ਤਾਂ ਇੱਥੇ ਮੇਰੇ ਕੋਲ ਕੀ ਲਿਖਿਆ ਆ ਰਿਹਾ ਸੈਂਸਰ ਵਾਰਮਿੰਗ। ਤਾਂ ਸੈਂਸਰ ਮੇਰੇ ਕੋਲ ਕੀ ਆ ਰਿਹਾ ਵਾਰਮ ਅਪ ਹੋ ਰਿਹਾ। ਸੋ ਇਹ ਕੋਡ ਦਾ ਮਤਲਬ ਇਹੀ ਹੈਗਾ। ਔਰ ਇਹ ਬੇਸਿਕ ਕੋਡ ਹੈ ਔਰ ਇਸੇ ਨੂੰ ਅਸੀਂ ਅੱਗੇ ਯੂਜ਼ ਆਊਟ ਕਰਾਂਗੇ। ਉਸ ਤੋਂ ਬਾਅਦ ਸੀਰੀਅਲ ਪੋਰਟ ਜਿਹੜੀ ਹੈਗੀ ਆ ਉਹ ਸੀਰੀਅਲ ਮੋਨੀਟਰ ਦੇ ਉੱਤੇ ਇੱਕ ਮੈਸੇਜ ਪ੍ਰਿੰਟ ਕਰਾ ਲਿਆ। ਸੇਮ ਮੈਸੇਜ ਸੀਰੀਅਲ ਮੋਨੀਟਰ ਦੇ ਉੱਤੇ ਪ੍ਰਿੰਟ ਕਰਾ ਲਿਆ ਸੈਂਸਰ ਇਜ਼ ਵਾਰਮਿੰਗ ਅਪ। ਦੈਨ ਡਿਲੇ ਕਿ ਜਿਹੜਾ ਸੈਂਸਰ ਨੂੰ ਅਪ ਹੋਣ ਦੇ ਲਈ ਤਕਰੀਬਨ 2 ਮਿੰਟ ਦਾ ਟਾਈਮ ਲੱਗਦਾ, ਤਾਂ 60 ਗੁਣਾ 2 120 ਹੋ ਗਿਆ। ਇੱਥੇ ਮੇਰੇ ਕੋਲੇ 1000 ਮਿਲੀ ਸੈਕਿੰਡ ਯਾਨੀ ਕਿ 1 ਸੈਕਿੰਡ ਤੇ 120 ਸੈਕਿੰਡ ਦਾ ਮਤਲਬ ਕੀ ਹੋ ਗਿਆ 2 ਮਿੰਟ। ਸੈਕਿੰਡ ਦੇ ਉੱਤੇ ਪਹਿਲਾਂ ਅਸੀਂ ਨੇ ਜਿਹੜਾ ਸਾਡਾ ਬਜ਼ਰ ਹੈਗਾ ਉਹ ਕੀ ਹੈ ਲੋ ਹੈ ਜੀ ਯਾਨੀ ਕਿ ਆਫ ਹੈ। ਜਿਹੜੀ ਐਨਾਲੌਗ ਵੈਲਿਊ ਰੀਡ ਕੀਤੀ ਸੈਂਸਰ ਦੀ ਤੇ ਉਹਨੂੰ ਇੱਕ ਵੇਰੀਏਬਲ ਦੇ ਵਿੱਚ ਸਟੋਰ ਕਰਾ ਲਿਆ MQ ਸੈਂਸਰ। ਉਸੇ ਤਰੀਕੇ ਨਾਲ ਇੱਕ ਮੈਸੇਜ ਡਿਸਪਲੇ ਕਰਾ ਲਿਆ LCD ਦੇ ਉੱਤੇ। ਇਹ ਸਾਰਾ LCD ਦੇ ਉੱਤੇ ਮੈਸੇਜ ਤੇ ਜਿਹੜੀ ਆਪਾਂ ਰੇਂਜ ਪਿਛਲੇ ਪ੍ਰੋਗਰਾਮ ਦੇ ਵਿੱਚ ਸੈੱਟ ਕੀਤੀ ਹੋਈ ਸੀ ਉਹੀ ਰੇਂਜ ਇੱਥੇ ਸੈੱਟ ਕੀਤੀ ਹੋਈ ਹੈਗੀ ਆ ਕਿ ਅਗਰ 0 ਤੋਂ ਲੈ ਕੇ 60 ਤੱਕ ਹੈਗਾ ਤਾਂ ਮੇਰੇ ਕੋਲੇ ਨੋਟ ਰਿੰਕ ਆ ਗਿਆ। ਅਗਰ 60 ਤੋਂ ਲੈ ਕੇ 120 ਤੱਕ ਹੈਗਾ ਤਾਂ ਵੀ ਮੇਰੇ ਕੋਲੇ ਨੋਟ ਰਿੰਕ ਆਊਗਾ। ਬਟ ਇੱਥੇ ਮੈਨੂੰ ਲੱਗਦਾ ਵੀ ਇਹ ਦੁਬਾਰਾ ਦੇਣ ਦੀ ਲੋੜ ਹੈ ਨਹੀਂ ਇਸ ਚੀਜ਼ ਨੂੰ ਦੇਣ ਦੀ। ਇੱਥੇ ਹੀ ਆਪਾਂ ਸੈੱਟ ਕਰ ਦਈਏ ਅਗਰ ਮੇਰੇ ਕੋਲ ਵੈਲਿਊ 120 ਤੋਂ ਘੱਟ ਹੈਗੀ। ਇਹ ਕਿਉਂਕਿ LED ਗਲੋ ਕਰਾਉਣੀਆਂ ਸੀਗੀਆਂ, 2 LEDs ਗਲੋ ਕਰਾਉਣੀਆਂ ਸੀਗੀਆਂ ਤਾਂ ਸਾਨੂੰ ਇਸ ਚੀਜ਼ ਦੀ ਲੋੜ ਸੀਗੀ।
ਤੇ ਜੇ ਵੈਲਿਊ 120 ਤੋਂ ਜ਼ਿਆਦਾ ਹੈਗੀ ਆ ਲੇਕਿਨ 400 ਤੋਂ ਘੱਟ ਹੈ ਤਾਂ ਮੇਰੇ ਕੋਲ ਡਰਿੰਕ ਇਨ ਲਿਮਟ, ਤਾਂ LCD ਦੇ ਉੱਤੇ ਇਹ ਮੇਰੇ ਕੋਲ ਪ੍ਰਿੰਟ ਹੋ ਗਿਆ, ਤਾਂ ਮੇਰੇ ਕੋਲ LCD ਦੇ ਉੱਤੇ ਪ੍ਰਿੰਟ ਹੋ ਗਿਆ ਡਰਿੰਕ ਇਨ ਲਿਮਟ, ਤਾਂ ਲਿਮਟ ਦੇ ਵਿੱਚ ਡਰਿੰਕ ਕੀਤੀ ਹੋਈ ਆ। ਤੇ ਸੀਰੀਅਲ ਮੋਨੀਟਰ ਦੇ ਉੱਤੇ ਵੀ ਇੱਕ ਮੈਸੇਜ ਡਿਸਪਲੇ ਹੋ ਗਿਆ। ਥਰਡ ਆਪਾਂ ਦੇਖੀਏ ਤਾਂ ਇਹ ਕੰਡੀਸ਼ਨ ਇੱਕ ਹੋਰ, ਇੱਥੇ ਇਸ ਦੀ ਲੋੜ ਨਹੀਂ ਹੈਗੀ, ਇਹ ਰਿਪੀਟ ਹੋ ਰਹੀ ਆ। ਇੱਥੇ ਅਗਰ 400 ਤੋਂ ਵੈਲਿਊ ਜ਼ਿਆਦਾ ਹੈਗੀ ਆ, 400 ਜਾਂ 400 ਤੋਂ ਵੈਲਿਊ ਜ਼ਿਆਦਾ ਹੈਗੀ ਆ, ਤਾਂ ਮੇਰੇ ਕੋਲ ਕੀ ਆ ਗਿਆ, ਇਹ ਡਰੰਕ ਕੀਤੀ ਹੋਈ ਹੈਗੀ। ਤਾਂ ਇਸ ਪੁਆਇੰਟ ਦੇ ਉੱਤੇ ਆ ਕੇ ਮੇਰੇ ਕੋਲ ਜਿਹੜਾ ਹੈਗਾ ਬਜ਼ਰ ਔਨ ਹੋ ਜਾਏਗਾ। ਅਗਰ ਓਵਰ ਲਿਮਟ ਹੈ ਦੈਨ ਇਸ ਪੁਆਇੰਟ ਦੇ ਉੱਤੇ ਆ ਕੇ ਜਿਹੜਾ ਬਜ਼ਰ ਨੂੰ ਆਪਾਂ ਨੇ ਵੈਲਿਊ ਹਾਈ ਕਰਾਇਆ ਤੇ ਡਿਲੇ ਦੁਬਾਰਾ ਮਤਲਬ ਕਿ ਇੰਨੀ ਦੇਰ ਬਾਅਦ ਇਹ ਦੁਬਾਰਾ ਜਿਹੜਾ ਸੈਂਸਰ ਹੈਗਾ ਉਹ ਸੈਂਸ ਕਰੇਗਾ। ਸੋ ਸਟੂਡੈਂਟਸ ਨੈਕਸਟ ਹੁਣ ਅਸੀਂ ਦੇਖਦੇ ਹਾਂ ਵੀ ਜਿਹੜਾ ਅਲਕੋਹਲਿਕ ਸੈਂਸਰ ਹੈਗਾ MQ03 ਇਹਨੂੰ LCD ਦੇ ਨਾਲ ਕਿਵੇਂ ਆਪਾਂ ਇੰਟਰਫੇਸ ਕਰਨਾ ਹੈ। ਆਲਰੇਡੀ ਇੱਕ ਵਾਰੀ ਅਸੀਂ LEDs ਦੇ ਨਾਲ ਇਹਨੂੰ ਬਣਾ ਚੁੱਕੇ ਹਾਂ ਜਿਹੜਾ ਸੀਗਾ। ਹੁਣ ਇਹਨੂੰ LED ਦੀ ਜਗ੍ਹਾ ਦੇ ਉੱਤੇ ਅਸੀਂ LCD ਇੰਟਰਫੇਸ ਕਰਨੀ ਹੈਗੀ ਆ। LCD ਦਾ ਜਿਹੜੀ ਵਾਇਰਿੰਗ ਹੈਗੀ ਆ, ਪਹਿਲਾਂ ਤਾਂ ਇਹ ਦੇਖ ਲਓ ਵੀ ਜਿਹੜਾ MQ ਸੈਂਸਰ ਹੈਗਾ ਇਹਦੀਆਂ 4 ਪਿੰਸ ਨੇ, 2 ਪਾਵਰ ਦੀਆਂ ਹੋ ਗਈਆਂ ਸਾਡੇ ਕੋਲੇ, ਇੱਕ ਸਾਡੇ ਕੋਲ ਡਿਜੀਟਲ ਆਊਟ ਦੀ ਹੋਗੀ ਤੇ ਇੱਕ ਸਾਡੇ ਕੋਲੇ ਐਨਾਲੌਗ ਆਊਟ ਹੋਗੀ। ਤਾਂ ਅਸੀਂ ਐਨਾਲੌਗ ਆਊਟ ਹੀ ਵਰਤਾਂਗੇ ਕਿਉਂਕਿ ਅਸੀਂ ਵੈਲਿਊ ਡਿਸਪਲੇ ਕਰਾਣੀ ਹੈਗੀ ਹੈ। ਤੇ ਉਸ ਤੋਂ ਬਾਅਦ ਜਿਹੜੀ ਮੇਰੇ ਕੋਲ LCD ਹੈਗੀ ਆ, ਇਹਦੇ ਵਿੱਚ ਮੈਂ ਯੂਜ਼ ਕਰ ਰਿਹਾ ਸੀਰੀਅਲ ਇੰਟਰਫੇਸ। ਸੀਰੀਅਲ ਇੰਟਰਫੇਸ ਦੇ ਵਿੱਚ ਸਿਰਫ 4 ਤਾਰਾਂ ਨੇ। 4 ਤਾਰਾਂ ਜਿਹੜੀਆਂ ਹੈਗੀਆਂ ਨੇ, 2 ਤਾਂ ਮੇਰੇ ਕੋਲ ਪਾਵਰ ਦੀਆਂ ਨੇ ਤੇ 2 ਮੇਰੇ ਕੋਲੇ LCD ਦੇ ਨੂੰ ਕੰਟਰੋਲ ਕਰਨ ਦੀਆਂ ਨੇ। ਤਾਂ ਇਹ ਦੇਖੋ ਜੀ, ਹੁਣ ਕੰਟਰੋਲ ਕਰਨ ਦੇ ਲਈ ਉਹ ਥੋੜ੍ਹਾ ਜਿਹਾ ਹੋਰ ਜ਼ੂਮ ਕਰ ਲਈਏ। ਸਭ ਤੋਂ ਪਹਿਲੀ ਪਿੰਨ ਮੇਰੇ ਕੋਲੇ ਜਿਹੜੀ ਹੈਗੀ ਇਹ ਵਾਲੀ ਗਰਾਊਂਡ ਦੀ, ਠੀਕ ਹੈ, ਇਹ ਰੈਡ ਪਾਵਰ ਦੀ ਹੋਗੀ ਪਲੱਸ 5 ਵੋਲਟ। ਤੇ ਜਿਹੜੀ ਮੇਰੇ ਕੋਲ ਔਰੇਂਜ ਹੈਗੀ ਆ, ਇਹ ਹੈਗੀ SDA। ਤੇ ਜਿਹੜੀ ਯੈਲੋ ਹੈਗੀ ਹੈ ਮੇਰੇ ਕੋਲ ਹੈਗੀ SCL। ਤਾਂ ਸਿਮਿਲਰਲੀ ਆਰਡੀਨੋ ਊਨੋ ਦੇ ਉੱਤੇ ਇਹ 2 ਪਿੰਸ ਹੈਗੀਆਂ ਨੇ, ਜਿਹੜੀਆਂ ਲਾਸਟ ਵਾਲੀਆਂ 2 ਪਿੰਸ ਨੇ, ਆਹ ਵਾਲੀਆਂ 2 ਪਿੰਸ ਨੇ। ਇਹ ਮੇਰੇ ਕੋਲ ਜੇ ਆਪਾਂ ਦੇਖੀਏ ਇਹਦਾ ਮੈਨੂਅਲ ਦੇਖੀਏ, ਪ੍ਰਿੰਟ ਆਊਟ ਦੇਖੀਏ ਇਹਦਾ, ਯਾਨੀ ਕਿ ਇਹ ਹੈਗੀ ਮੇਰੇ ਕੋਲ SCL ਔਰ SDA। ਤਾਂ ਇਹ ਜਿਹੜੀਆਂ ਕੰਟਰੋਲ ਪਿੰਸ ਹੈਗੀਆਂ ਨੇ ਤਾਂ ਉਹ ਮੇਰੇ ਕੋਲ ਇੱਥੇ ਆ ਜਾਣਗੀਆਂ। ਇਹ ਹੈਗੀ ਮੇਰੇ ਕੋਲ SCL ਯੈਲੋ ਵਾਲੀ, ਤੇ ਯੈਲੋ ਵਾਲੀ ਮੇਰੇ ਕੋਲ SCL ਵਾਲੀ ਮੈਂ ਆ ਲਗਾਤੀ ਜੀ। ਦੈਨ ਮੇਰੇ ਕੋਲ ਦੂਜੀ ਹੈਗੀ SDA ਵਾਲੀ, ਮੈਂ SDA ਤੇ ਲਾਤੀ। ਉਸ ਤੋਂ ਬਾਅਦ ਜਿਹੜੀ ਮੇਰੇ ਕੋਲ ਪਾਵਰ ਵਾਲੀ ਹੈਗੀ ਆ, ਇਹਦੇ ਨੂੰ ਐਕਸਟੈਂਸ਼ਨ ਦੇਣ ਦੇ ਲਈ ਮੈਂ ਬ੍ਰੈਡਬੋਰਡ ਵਰਤ ਰਿਹਾ। ਬ੍ਰੈਡਬੋਰਡ ਥੋੜੇ ਬੇਸਿਕ ਦੱਸਦਾ। ਬ੍ਰੈਡਬੋਰਡ ਦੇ ਵਿੱਚ ਇਹ ਜਿਹੜੇ ਪਿੰਸ ਹੈਗੇ ਨੇ ਆਪਸ ਦੇ ਵਿੱਚ ਕਨੈਕਟਡ ਨੇ, ਲੇਕਿਨ ਇਸ ਦਾ ਤੇ ਇਸ ਦਾ ਕੋਈ ਕਨੈਕਸ਼ਨ ਨਹੀਂ ਹੈਗਾ। ਇਸੇ ਤਰੀਕੇ ਨਾਲ ਜਿਹੜੇ ਆਪੋਜ਼ਿਟ ਸਾਈਡ ਵਾਲੀ ਆਹ ਵਾਲੀਆਂ ਪਿੰਸ ਹੈਗੀਆਂ, ਇਹ ਆਪਸ ਦੇ ਵਿੱਚ ਕਨੈਕਟਡ ਨੇ। ਇਹਦਾ ਤੇ ਇਹਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਨਹੀਂ ਬਣਿਆ ਹੋਇਆ, ਨਾ ਹੀ ਇਹਨਾਂ ਦਾ ਇੱਦਾਂ ਬਣਿਆ ਹੋਇਆ ਹੈਗਾ। ਲੇਕਿਨ ਪਾਵਰ ਵਾਲੀਆਂ ਪੋਜ਼ਿਟਿਵ 5 ਵੋਲਟ ਔਰ ਨੈਗੇਟਿਵ, ਇਹ ਜਿਹੜੀਆਂ ਹੈਗੀਆਂ ਨੇ ਇਹ ਕਨੈਕਟਡ ਨੇ ਆਪਸ ਦੇ ਵਿੱਚ। ਸੋ ਪਹਿਲਾਂ ਆਪਾਂ ਪੋਜ਼ਿਟਿਵ 5 ਵੋਲਟ ਇੱਥੇ ਦੇਤੀ ਜੀ, ਤੇ ਗਰਾਊਂਡ ਵਾਲੀ ਆਪਾਂ ਆਹ ਨੈਗੇਟਿਵ ਵਾਲੀ ਦੂਜੀ ਲਾਈਨ ਯੂਜ਼ ਕਰ ਲਈ ਇਸ ਤਰ੍ਹਾਂ। ਉਸੇ ਤਰੀਕੇ ਨਾਲ MQ ਸੈਂਸਰ ਦੇ ਵਿੱਚ ਜਿਹੜੀਆਂ ਪਲੱਸ 5 ਵੋਲਟੇਜ ਹੈਗੀ ਆ ਉਹ ਆਪਾਂ ਆਹ ਲਗਾਤੀ, ਤੇ ਜਿਹੜੀ ਨੈਗੇਟਿਵ ਹੈਗੀ ਆ ਆਪਾਂ ਨੇ ਇਹ ਲਗਾਤੀ। ਤੇ ਇਹ ਮੇਰੇ ਕੋਲ ਆ ਗਈ ਐਨਾਲੌਗ ਆਊਟ ਜਿਹੜੀ ਹੈਗੀ ਆ ਇਹ 0, ਇਹ ਲਗਾਤੀ ਆਪਾਂ ਨੇ। ਹੁਣ ਰਹਿ ਗਈਆਂ ਪਾਵਰ ਦੀਆਂ, ਕਿਉਂਕਿ ਆਰਡੀਨੋ ਤੋਂ ਪਾਵਰ ਲੈਣੀ ਆ 5 ਵੋਲਟੇਜ। ਆਰਡੀਨੋ ਦੇ ਪੁਆਇੰਟ ਜਿਹੜੇ ਹੈਗੇ ਨੇ, ਆਊਟਪੁੱਟ ਜਿਹੜੀ ਹੈਗੀ ਗਰਾਊਂਡ ਵਾਲੀ ਆ ਗਈ। ਆਹ ਪੁਆਇੰਟ ਬਣਿਆ ਹੋਇਆ ਗਰਾਊਂਡ ਦਾ। ਦੈਨ ਪਲੱਸ 5 ਵੋਲਟੇਜ ਦਾ ਇਹ ਆ ਗਿਆ ਜੀ, ਠੀਕ ਹੈ। ਇਹ ਮੇਰੇ ਕੋਲ ਆ ਗਿਆ ਗਰਾਊਂਡ ਦਾ, ਇਹ ਆ ਗਿਆ ਮੇਰੇ ਕੋਲ ਇਹ ਆ ਗਿਆ ਮੇਰੇ ਕੋਲ
ਪਲੱਸ 5 ਵੋਲਟੇਜ, ਇਹ ਮੇਰੇ ਕੋਲੇ ਗਰਾਊਂਡ ਆ ਗਈ। ਹੁਣ ਅਸੀਂ ਪ੍ਰੋਗਰਾਮ ਇਹਦੇ ਵਿੱਚ ਬਰਨ ਕਰਦੇ ਹਾਂ ਅਤੇ ਇਹਨੂੰ ਅਸੀਂ ਪਲੇ ਕਰਕੇ ਦੇਖਦੇ ਹਾਂ। ਸੋ ਇਹ ਸਾਡੇ ਕਨੈਕਸ਼ਨ ਕੰਪਲੀਟ ਹੋ ਗਏ ਅਤੇ ਕਨੈਕਸ਼ਨ ਦੇ ਵਿੱਚ LCD ਇੰਟਰਫੇਸ LCD ਦੇ ਕਨੈਕਸ਼ਨ ਲਗਾਤੇ ਅਤੇ MQ ਸੈਂਸਰ ਦੇ MQ3 ਸੈਂਸਰ ਨੂੰ ਅਸੀਂ ਜਿਹੜੇ ਕਨੈਕਸ਼ਨ ਹੈਗੇ ਨੇ ਉਹ ਕੰਪਲੀਟ ਕਰਤੇ। ਹੁਣ ਨੈਕਸਟ ਹੈਗਾ ਜੀ ਸਾਡੇ ਕੋਲ ਪ੍ਰੋਗਰਾਮ ਲਿਖਣਾ ਅਤੇ ਉਹਨੂੰ ਬਰਨ ਕਰਨਾ। ਹਾਂਜੀ ਸਟੂਡੈਂਟਸ, ਇਹ ਸਾਡੇ ਕੋਲੇ ਜਦੋਂ ਅਸੀਂ ਪ੍ਰੋਗਰਾਮ ਰਾਈਟ ਕਰਤਾ ਤਾਂ ਜਿਹੜੀ ਫਸਟ ਸਕਰੀਨ ਆ ਗਈ ਕਿ ਐਲਕੋਹਲ ਡਿਟੈਕਸ਼ਨ ਜਿਹੜਾ ਹੈਗਾ ਇਹ ਪ੍ਰੋਜੈਕਟ ਦਾ ਨਾਮ ਹੋ ਗਿਆ ਅਤੇ ਜਿਹੜਾ ਸੈਂਸਰ ਹੈਗਾ ਉਹ ਵਾਰਮਿੰਗ ਅਪ ਹੋ ਰਿਹਾ ਅਤੇ ਤਕਰੀਬਨ 2 ਮਿੰਟ ਲੱਗਦੇ ਨੇ ਇਹਨੂੰ ਵਾਰਮ ਅਪ ਹੋਣ ਨੂੰ। ਅਤੇ ਵਾਰਮ ਅਪ ਹੋਣ ਤੋਂ ਬਾਅਦ ਇੱਥੇ ਸਾਡੇ ਕੋਲ ਸਕਰੀਨ ਦੇ ਉੱਤੇ ਜਿਹੜਾ ਸੈਂਸਰ ਵੈਲਿਊ ਆ ਜਾਂਦੀ ਹੈ। ਸੋ ਸਟੂਡੈਂਟਸ 120 ਤੱਕ ਜਿਹੜੀ ਨਾਰਮਲ ਵੈਲਿਊ ਮੰਨੀ ਜਾਂਦੀ ਹੈ ਅਤੇ ਜਦੋਂ ਨਾਰਮਲ ਵੈਲਿਊ ਜਿਹੜੀ ਹੈਗੀ ਆ ਉਹ 120 ਤੱਕ ਹੋ ਗਈ ਜਦੋਂ ਨਹੀਂ ਡਰਿੰਕ ਕੀਤੀ ਹੋਈ ਹੈਗੀ। ਹੁਣ ਆਪਾਂ ਦੇਖਦੇ ਹਾਂ ਵੀ ਇੱਥੇ ਵੈਲਿਊ ਜਿਹੜੀ ਹੈਗੀ 120 ਤੋਂ ਘੱਟ ਹੈ, ਲੇਕਿਨ ਜੇ ਮੈਂ ਇਹਨੂੰ ਅਲਕੋਹਲ ਦੇ ਕੋਲੇ ਲੈ ਕੇ ਜਾਂਦਾ ਤਾਂ ਜਿਹੜੀ ਵੈਲਿਊ ਹੈਗੀ ਇਹ ਇਨਕਰੀਜ਼ ਹੋਣ ਲੱਗ ਜਾਏਗੀ। ਸੋ ਸਟੂਡੈਂਟਸ ਨੈਕਸਟ ਅਸੀਂ ਇੱਕ ਬਜ਼ਰ ਵੀ ਨਾਲ ਅਟੈਚ ਕਰਤਾ। ਜਿਹੜਾ ਕੰਟੈਂਟ ਹੈਗਾ ਅਲਕੋਹਲਿਕ ਕੰਟੈਂਟ ਹੈਗਾ ਜੇ ਉਹ ਲਿਮਟ ਤੋਂ ਵੀ ਬਾਹਰ ਹੋ ਗਿਆ ਤਾਂ ਇਹ ਯਾਨੀ ਕਿ ਪੂਰਾ ਡਰਿੰਕ ਕੀਤੀ ਹੋਈ ਹੈਗੀ ਆ ਤਾਂ ਇਹ ਬੀਪ ਕਰਨ ਲੱਗ ਜਾਏਗਾ। ਆਪਾਂ ਸਟਾਰਟਿੰਗ ਦੇਖਦੇ ਹਾਂ ਵੀ ਵੈਲਿਊ 120 ਤੋਂ ਘੱਟ ਹੈ ਯਾਨੀ ਕਿ ਨੋਟ ਡਰਿੰਕ ਹੈਗੀ ਆ। ਅਤੇ ਹੁਣ ਅਸੀਂ ਇਸ ਨੂੰ ਜਿਹੜਾ ਅਲਕੋਹਲਿਕ ਕੰਟੈਂਟ ਹੈਗਾ ਉਹਦੇ ਨੇੜੇ ਲੈ ਕੇ ਜਾਂਦੇ ਹਾਂ ਸੈਂਸਰ ਨੂੰ। ਵਿਦਨ ਲਿਮਟ ਅਤੇ ਨਾਲ ਦੀ ਨਾਲ ਮੇਰੇ ਕੋਲ ਲਿਮਟ ਅਪ ਹੋ ਗਈ ਅਤੇ ਜਿਹੜਾ ਬਜ਼ਰ ਸੀਗਾ ਉਹ ਬੀਪ ਕਰਨ ਲੱਗ ਗਿਆ। ਸੋ ਸਟੂਡੈਂਟਸ ਨੈਕਸਟ ਅਸੀਂ ਇਹ ਦੇਖਦੇ ਹਾਂ ਵੀ ਜਿਹੜੀ ਡਿਜੀਟਲ ਆਊਟ ਹੈਗੀ ਆ ਸੈਂਸਰ ਦੀ ਉਹਨੂੰ ਕਿਵੇਂ ਵਰਤਣਾ ਹੈਗਾ ਪ੍ਰੋਗਰਾਮ ਦੇ ਵਿੱਚ। ਤਾਂ ਸਿਮਿਲਰ ਹੈ ਜੀ, ਬਜ਼ਰ ਜਿਹੜਾ ਹੈਗਾ ਮੈਂ ਕਨੈਕਟ ਕੀਤਾ ਪਿਨ ਨੰਬਰ 2 ਦੇ ਉੱਤੇ। ਪਿਨ ਨੰਬਰ 3 ਦੇ ਉੱਤੇ ਆਪਾਂ ਡਿਜੀਟਲ ਜਿਹੜੀ ਆਊਟ ਹੈਗੀ ਆ ਸੈਂਸਰ ਦੀ ਉਹਨੂੰ ਅਸੀਂ ਇੱਥੇ ਕਨੈਕਟ ਕਰ ਲਿਆ। ਦੈਨ ਹੈਡਰ ਫਾਈਲਸ ਅਤੇ ਕਨਫੀਗਰੇਸ਼ਨ ਫਾਈਲ ਇਹ ਆਪਣੇ ਕੋਲ LCD ਨੂੰ ਯੂਜ਼ ਕਰਨ ਦੇ ਲਈ ਵਰਤੀਆਂ ਜਾਣਗੀਆਂ। ਇਹ ਇੰਪੋਰਟੈਂਟ ਨੇ, ਇਹ ਮਤਲਬ ਐਜ਼ ਇਟ ਇਜ਼ ਲਿਖਣੀਆਂ ਨੇ। ਅਤੇ ਪਹਿਲਾਂ ਮੈਂ ਡਿਕਲੇਅਰ ਕੀਤਾ ਕਿ ਜਿਹੜੀ ਬਜ਼ਰ ਦੀ ਆਊਟਪੁੱਟ ਹੈਗੀ ਆ ਉਹ ਜਿਹੜੀ ਬਜ਼ਰ ਪਿੰਨ ਹੈ ਆਊਟਪੁੱਟ ਹੈ ਅਤੇ ਬਜ਼ਰ ਨੂੰ ਮੈਨੇ ਕੀ ਕਰਾ ਲਿਆ, ਆਫ ਕਰਾ ਲਿਆ। ਇੱਥੇ ਮੇਰੇ ਕੋਲ ਬਜ਼ਰ ਆਫ ਹੋ ਗਿਆ। ਇੱਥੇ ਮੈਂ ਡਿਕਲੇਅਰ ਕਰਤਾ ਵੀ ਜਿਹੜਾ ਬਜ਼ਰ ਦੀ ਪਿੰਨ ਹੈਗੀ ਆ ਉਹ ਆਊਟਪੁੱਟ ਪਿੰਨ ਹੈਗੀ ਆ। ਦੈਨ ਸੀਰੀਅਲ ਮੋਨੀਟਰ ਦੇ ਉੱਤੇ ਡਾਟਾ ਭੇਜਣਾ ਤਾਂ ਇੱਕ ਮੈਸੇਜ ਪ੍ਰਿੰਟ ਕਰਾ ਲਿਆ ਸੀਰੀਅਲ ਮੋਨੀਟਰ ਦੇ ਉੱਤੇ। ਉਸ ਤੋਂ ਬਾਅਦ ਇਸ ਪੁਆਇੰਟ ਦੀ ਮੈਨੂੰ ਇਸ ਲਾਈਨ ਦੀ ਲੋੜ ਨਹੀਂ ਹੈਗੀ। ਦੈਨ ਮੈਸੇਜ LCD ਨੂੰ ਇਨੀਸ਼ਲਾਈਜ਼ ਕਰਾ ਲਿਆ, ਬੈਕ ਲਾਈਟ ਔਨ ਕਰਤੀ, ਕਰਸਰ ਸੈੱਟ ਕਰਤਾ। ਕਰਸਰ ਸੈੱਟ ਕਰਨ ਤੋਂ ਬਾਅਦ ਫਸਟ ਰੋ ਦੇ ਵਿੱਚ ਇੱਕ ਇਹ ਵਾਲਾ ਮੈਸੇਜ ਡਿਸਪਲੇ ਹੋ ਗਿਆ। ਦੈਨ ਸੈਕਿੰਡ ਰੋ ਦੇ ਵਿੱਚ ਮੇਰੇ ਕੋਲ ਮੈਸੇਜ ਡਿਸਪਲੇ ਹੋ ਗਿਆ। ਦੈਨ ਸੈਂਸਰ ਜਿਹੜਾ ਸੀਗਾ ਉਹ ਵਾਰਮਿੰਗ ਅਪ ਹੋ ਰਿਹਾ ਅਤੇ ਡਿਲੇ ਲਗਾਤੀ 2 ਮਿੰਟ ਦੀ। ਇਹ ਐਜ਼ ਇਟ ਇਜ਼ ਜਿਹੜਾ ਪ੍ਰੀਵੀਅਸ ਪ੍ਰੋਗਰਾਮ ਸੀਗਾ ਇਹ ਸੇਮ ਟੂ ਸੇਮ ਇਹ ਪ੍ਰੀਵੀਅਸ ਪ੍ਰੋਗਰਾਮ ਇੱਥੇ ਤੱਕ ਸੇਮ ਆਏਗਾ। ਤਾਂ ਲੂਪ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਚੇਂਜ ਕਿੱਥੇ ਆਏਗਾ? ਤਾਂ ਲੂਪ ਜਦੋਂ ਸਟਾਰਟ ਹੋਈ, ਲੂਪ ਦੀ ਸਟਾਰਟਿੰਗ ਦੇ ਵਿੱਚ ਬਜ਼ਰ ਫਿਰ ਆਪਾਂ ਆਫ ਕਰਾ ਲਿਆ। ਆਫ ਕਰਾਉਣ ਤੋਂ ਬਾਅਦ ਜਿਹੜੀ ਵੈਲਿਊ ਸੀਗੀ ਸੈਂਸਰ ਵੈਲਿਊ ਸੀਗੀ ਆਪਾਂ ਡਿਜੀਟਲ ਪਿੰਨ ਤੋਂ ਲਈ ਆ, ਇਸ ਕਰਕੇ ਆਪਾਂ ਫੰਕਸ਼ਨ ਕਾਲ ਕੀਤਾ ਡਿਜੀਟਲ ਰੀਡ ਅਤੇ ਡਿਜੀਟਲ ਰੀਡ ਵਾਲੀ ਵੈਲਿਊ ਆਪਾਂ ਨੇ ਵੇਰੀਏਬਲ ਦੇ ਵਿੱਚ ਸਟੋਰ ਕਰਾ ਲਈ। LCD ਦੇ ਉੱਤੇ ਮੈਸੇਜ ਡਿਸਪਲੇ ਕਰਾ ਲਿਆ ਕਿ ਸੈਂਸਰ ਦੀ ਵੈਲਿਊ ਕੀ ਆ ਰਹੀ ਹੈ। ਉਸ ਤੋਂ ਬਾਅਦ ਇਫ ਇੱਥੇ ਕੰਡੀਸ਼ਨ ਦੇ ਇੱਥੇ ਚੇਂਜ ਹੋਗਾ ਟੋਟਲੀ। ਇੱਥੇ ਸਿਰਫ 2 ਕੰਡੀਸ਼ਨਸ ਆਉਣਗੀਆਂ, ਇਫ ਔਰ ਐਲਸ। ਅਗਰ ਮੇਰੇ ਕੋਲ ਆਹ ਵਾਲੀ ਕੰਡੀਸ਼ਨ ਸੈਟਿਸਫਾਈ ਹੋ ਜਾਂਦੀ ਆ ਇਹਦਾ ਮਤਲਬ ਇਹ ਹੋ ਗਿਆ ਵੀ ਡਰਿੰਕ ਨਹੀਂ ਕੀਤੀ ਹੋਈ। ਐਲਸ ਮੇਰੇ ਕੋਲ ਕੀ ਮੈਸੇਜ ਪ੍ਰਿੰਟ ਹੋਏਗਾ, ਡਰਿੰਕ ਕੀਤੀ ਹੋਈ ਆ। ਅਤੇ ਉਸ ਤੋਂ ਬਾਅਦ ਜਿਹੜਾ ਬੀਪ ਹੈਗਾ ਬਜ਼ਰ ਨੇ ਬੀਪ ਕਰਨਾ ਸਟਾਰਟ ਕਰ ਦੇਣਾ। ਯਾਨੀ ਕਿ ਇੱਕ ਪ੍ਰੋਗਰਾਮ ਬੜਾ ਸਿੰਪਲ ਹੈ ਕਿ ਡਰਿੰਕ ਨਹੀਂ ਕੀਤੀ ਹੋਈ, ਲੇਕਿਨ ਜੇ ਡਰਿੰਕ ਕੀਤੀ ਹੋਈ ਹੈਗੀ ਆ ਤਾਂ ਮੈਸੇਜ ਡਿਸਪਲੇ ਹੋ ਜਾਏਗਾ ਅਤੇ ਨਾਲ ਦੀ ਨਾਲ ਬੀਪ। ਤਾਂ ਪ੍ਰੋਗਰਾਮ ਦੇ ਲਾਸਟ ਦੇ ਵਿੱਚ ਅਸੀਂ ਡਿਲੇ ਜ਼ਰੂਰ ਲਗਾਉਂਦੇ ਹੁੰਦੇ ਹਾਂ ਤਾਂ ਕਿ ਬਾਰ-ਬਾਰ ਸੈਂਸ ਕਰਨ ਲਈ ਕੁਝ ਨਾ ਕੁਝ ਟਾਈਮ ਬਾਅਦ ਇਹ ਦੁਬਾਰਾ ਜਿਹੜਾ ਸੈਂਸ ਹੈਗਾ ਸੈਂਸ ਕਰਨਾ ਸਟਾਰਟ ਕਰਦੇ। ਇਹ ਸੀਗਾ ਪ੍ਰੋਗਰਾਮ। ਇਸ ਤੋਂ ਬਾਅਦ ਪ੍ਰੋਗਰਾਮ ਨੂੰ ਕੰਪਾਈਲ ਕਰਨਾ ਅਤੇ ਉਹਨੂੰ ਕੰਟਰੋਲਰ ਦੇ ਵਿੱਚ ਅਪਲੋਡ ਕਰਨਾ। ਜਿਹੜੀ ਸਾਡੇ ਕੋਲ ਪਿਨ ਨੰਬਰ 3 ਹੈਗੀ ਆ ਸਾਡੇ ਕੋਲ ਡਿਜੀਟਲ ਆਊਟਪੁੱਟ ਆ। ਸੋ ਮੈਂ ਜਿਹੜੀ ਆਊਟਪੁੱਟ ਵਾਲੀ ਸੀਗੀ ਇਹਨੂੰ ਕੱਢ ਕੇ ਮੈਂ 3 ਨੰਬਰ ਦੇ ਉੱਤੇ ਲਾਤਾ
ਸੈਂਸਰ ਦੀ ਪਿਨ ਨੰਬਰ 3 ਦੇ ਉੱਤੇ ਆ ਪਿਨ ਨੰਬਰ 3 ਤੇ ਲੱਗ ਗਿਆ। ਤੇ ਇੱਥੇ ਜਿਹੜੀ ਮੈਂ ਡਿਜੀਟਲ ਪਿਨ ਯੂਜ਼ ਕਰ ਰਿਹਾ, ਪਿਨ ਨੰਬਰ 3 ਯੂਜ਼ ਕਰ ਰਿਹਾ। ਸੋ 0 1 2 ਐਂਡ 3 ਆ 3 ਦੇ ਉੱਤੇ ਆ ਗਿਆ। ਸੋ ਜਿਹੜੀ ਮੈਂ ਆਊਟਪੁੱਟ ਯੂਜ਼ ਕਰ ਰਿਹਾ ਪਿਨ ਨੰਬਰ 3 ਦੇ ਉੱਤੇ ਯੂਜ਼ ਕਰ ਰਿਹਾ। ਮੈਂ 3 ਉਰੇ ਲਗਾਤੀ ਹੈ ਤੇ ਜਿਹੜਾ ਕਨੈਕਸ਼ਨ ਸੀਗਾ ਐਨਾਲੌਗ ਤੋਂ ਆਪਾਂ ਡਿਜੀਟਲ ਦੇ ਉੱਤੇ ਸ਼ਿਫਟ ਕਰਤਾ। ਸੋ ਇਹਨੂੰ ਆਪਾਂ ਔਨ ਕਰਦੇ ਹਾਂ, ਪ੍ਰੋਗਰਾਮ ਰਾਈਟ ਕਰਤਾ। ਇਹ ਸਾਡੇ ਕੋਲ ਵਾਰਮ ਅਪ ਟਾਈਮ ਆ, ਸਿਮਿਲਰ ਜਿੱਦਾਂ ਪਹਿਲਾਂ ਆਪਾਂ ਐਨਾਲੌਗ ਦੇ ਵਿੱਚ ਦੇਖਿਆ। ਸੋ ਸਟੂਡੈਂਟ ਡਿਜੀਟਲ ਦੇ ਵਿੱਚ ਸਾਡੇ ਕੋਲ ਦੋ ਹੀ ਵੈਲਿਊਜ਼ ਹੁੰਦੀਆਂ 0 ਔਰ 1। ਇੱਥੇ ਅਗਰ 1 ਹੈਗੀ ਆ ਤਾਂ ਮਤਲਬ ਨੋਟ ਡਰਿੰਕ, ਤੇ ਅਗਰ 0 ਵੈਲਿਊ ਆਉਂਦੀ ਹੈਗੀ ਆ ਤਾਂ ਆਪਣੇ ਕੋਲ ਕੀ ਹੋਗਾ ਵੀ ਜਿਹੜਾ ਪਰਸਨ ਹੈਗਾ ਉਹ ਕੀ ਹੈ, ਅਲਕੋਹਲਿਕ ਹੈ, ਉਹਨੇ ਡਰਿੰਕ ਕੀਤੀ ਹੋਈ ਆ। 1 ਦਾ ਮਤਲਬ ਨੋਟ ਡਰਿੰਕ, 0 ਦਾ ਮਤਲਬ ਡਰਿੰਕ। ਸੋ ਇੱਥੇ ਤੁਹਾਨੂੰ ਥ੍ਰੈਸ਼ਹੋਲਡ ਸੈੱਟ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਵੈਲਿਊ ਡਿਜੀਟਲ ਦੇ ਵਿੱਚ ਨੇ 0 ਹੋਏਗੀ ਜਾਂ 1 ਹੋਏਗੀ। ਹੁਣ ਆਪਾਂ ਇਹਨੂੰ ਅਲਕੋਹਲਿਕ ਕੰਟੈਂਟ ਦੇ ਕੋਲੇ ਲੈ ਕੇ ਜਾਂਦੇ ਹਾਂ। ਸੋ ਸਟੂਡੈਂਟਸ ਇਹ ਸਾਡੇ ਕੋਲੇ ਜਦੋਂ ਕਿ ਵੈਲਿਊ 0 ਆ ਗਈ ਸੈਂਸਰ ਦੀ ਤਾਂ ਕੀ ਹੋ ਗਿਆ, ਡਰਿੰਕ ਹੋ ਗਿਆ। ਸੋ ਇਹਦੀ ਕੈਲੀਬ੍ਰੇਸ਼ਨ ਹੈਗੀ ਆ, ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਅਗਰ ਸੈਂਸਰ ਦੀ ਕੈਲੀਬ੍ਰੇਸ਼ਨ ਕਰਨੀ ਹੋਵੇ ਤਾਂ ਤੁਸੀਂ ਜਿਹੜਾ ਹੈਗਾ ਇਹ ਪੁਆਇੰਟ ਹੈਗਾ, ਇੱਥੋਂ ਤੁਸੀਂ ਸੈਂਸਰ ਦੀ ਕੈਲੀਬ੍ਰੇਸ਼ਨ ਕਰ ਸਕਦੇ ਹੋ। ਹਾਂ, ਮੇਰਾ ਕੁਐਸਚਨ ਇਹ ਸੀਗਾ ਵੀ ਜਿਹੜਾ ਆਰਡੀਨੋ IDE ਹੈਗਾ ਉਹਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਆਲਰੇਡੀ ਹੈਗੀਆਂ ਨੇ। ਜੇ ਐਗਜ਼ਾਮਪਲਸ ਹੈਗੀਆਂ ਨੇ ਉਹ ਇੱਕ ਸਿੰਪਲੀ ਸੈਂਸਰ ਦੀ ਵਰਕਿੰਗ ਡਿਸਕ੍ਰਾਈਬ ਕਰਦੀਆਂ ਨੇ। ਜੋ ਵੀ ਤੁਸੀਂ ਉਹਦੇ ਨਾਲ ਡਿਵਾਈਸ ਯੂਜ਼ ਕਰੋਗੇ, ਉਹ ਡਿਵਾਈਸ ਚਾਹੇ ਸੈਂਸਰ ਹੈ, ਚਾਹੇ ਇਨਪੁਟ ਹੈ, ਚਾਹੇ ਆਊਟਪੁੱਟ ਹੈ, ਠੀਕ ਹੈ, ਉਹਦੀ ਉਹ ਵਰਕਿੰਗ ਤੁਹਾਨੂੰ ਦੱਸਣਗੇ ਵੀ ਇਹ ਵਰਕਆਊਟ ਕਿਵੇਂ ਕਰਦਾ। ਲੇਕਿਨ ਜਦੋਂ ਤੁਸੀਂ ਇੱਕ ਤੋਂ ਵੱਧ ਡਿਵਾਈਸ ਵਰਤਣੇ ਨੇ ਤੇ ਆਪਣੇ ਮੁਤਾਬਿਕ ਤੁਹਾਨੂੰ ਤੁਸੀਂ ਪ੍ਰੋਗਰਾਮਿੰਗ ਕਰਵਾਉਣੀ ਹੈਗੀ ਆ ਤਾਂ ਤੁਹਾਨੂੰ ਜਿਹੜਾ IDE ਦੇ ਵਿੱਚ ਪ੍ਰੋਗਰਾਮ ਬਣਾਉਣਾ ਹੀ ਪਏਗਾ। ਨੈਕਸਟ ਅਸੀਂ ਇੱਕ ਗੱਲ ਦੇਖੀਏ ਵੀ ਸਾਡੇ ਕੋਲੇ ਸੈਂਸਰ ਆ ਗਿਆ ਤੇ ਸੈਂਸਰ ਦੇ ਉੱਤੇ ਬੇਸਡ ਅਸੀਂ ਪ੍ਰੋਜੈਕਟ ਬਣਾਉਣੇ ਨੇ। ਪਹਿਲਾਂ ਤਾਂ ਤੁਹਾਡੇ ਕੋਲੇ ਪ੍ਰੋਜੈਕਟ ਆਈਡੀਆਜ਼ ਹੋਣੇ ਚਾਹੀਦੇ ਨੇ। ਜਿਵੇਂ ਫੋਰ ਐਗਜ਼ਾਮਪਲ ਜਦੋਂ ਸੈਂਸਰ ਆ ਗਿਆ, ਉਹ ਸੈਂਸਰ ਕੀ ਕਰ ਰਿਹਾ, ਜਿਵੇਂ ਮੈਂ ਹੁਣ ਅਲਕੋਹਲ ਦੀ ਗੱਲ ਕਰਾਂ ਵੀ ਮੇਰੇ ਕੋਲ ਜਿਹੜਾ ਸੈਂਸਰ ਸੀਗਾ ਇਹ ਅਲਕੋਹਲ ਡਿਟੈਕਟ ਕਰ ਰਿਹਾ ਹੈਗਾ, ਠੀਕ ਹੈ, ਅਲਕੋਹਲ ਨੂੰ ਡਿਟੈਕਟ ਕਰ ਰਿਹਾ ਤੇ ਨਾਲ ਕੁਝ ਹੋਰ ਗੈਸਿਸ ਨੇ ਉਹਨਾਂ ਨੂੰ ਵੀ ਡਿਟੈਕਟ ਕਰ ਰਿਹਾ। ਇਹ ਮੇਰੇ ਕੋਲ ਸਿੰਪਲ ਸੈਂਸਰ ਹੋ ਗਿਆ, ਇਹਦੀ ਆਪਾਂ ਵਰਕਿੰਗ ਦੇਖ ਲਈ, ਇੱਕ ਬੇਸਿਕ ਪ੍ਰੋਜੈਕਟ ਵੀ ਬਣਾ ਲਏ, ਠੀਕ ਹੈ। ਲੇਕਿਨ ਹੁਣ ਕੁਐਸਚਨ ਇਹ ਆ ਗਿਆ ਵੀ ਨਿਊ ਇਨੋਵੇਸ਼ਨ ਜਾਂ ਤੁਸੀਂ ਪ੍ਰੋਜੈਕਟ ਕੀ ਬਣਾਓਗੇ ਤੇ ਕਿਵੇਂ ਆਪਣੇ ਕੋਲ ਆਈਡੀਆ ਆਊਗਾ। ਸਭ ਤੋਂ ਪਹਿਲਾਂ ਤਾਂ ਅਸੀਂ ਦੇਖੋ ਵੀ ਸੈਂਸਰ ਜਿੱਥੇ ਆ ਗਿਆ ਮਤਲਬ ਕਿ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਪ੍ਰੋਜੈਕਟ ਬਣਾ ਸਕਦੇ ਹੋ। ਫੋਰ ਐਗਜ਼ਾਮਪਲ ਮੈਂ ਇੱਥੇ ਅਲਕੋਹਲ ਜਿਹੜੀ ਹੈਗੀ ਆ, ਜਿਵੇਂ MQ3 ਸੈਂਸਰ ਹੈਗਾ, ਇਹ ਕੀ ਕਰ ਰਿਹਾ, ਅਲਕੋਹਲ ਨੂੰ ਡਿਟੈਕਟ ਕਰ ਰਿਹਾ, ਡਿਟੈਕਟ ਕਰਨ ਤੋਂ ਬਾਅਦ ਕੀ ਪਰਫਾਰਮ ਕਰਨਾ ਚਾਹੁੰਦੇ ਹੋ। ਯਾਨੀ ਕਿ ਆਪਾਂ ਇਹ ਕਿਹਾ ਵੀ ਜਿਹੜੇ ਬੰਦੇ ਸ਼ਰਾਬ ਪੀਂਦੇ ਨੇ ਅਸੀਂ ਉਹ ਲੱਭਣੇ ਨੇ ਮਸ਼ੀਨ ਦੇ ਦੁਆਰਾ, ਇਸ ਅਲਕੋਹਲ ਸੈਂਸਰ ਦੇ ਦੁਆਰਾ ਡਿਟੈਕਟ ਕਰ ਲਏ। ਦੈਨ ਮਕਸਦ ਕੀ ਹੋਇਆ ਵੀ ਉਹਨਾਂ ਨੂੰ ਅਲਕੋਹਲ ਜਿਹੜੀ ਸ਼ਰਾਬ ਹੈਗੀ ਆ ਉਹ ਪੀਣ ਤੋਂ ਰੋਕਣਾ, ਯਾਨੀ ਕਿ ਉਹਨੂੰ ਕੰਟਰੋਲ ਕਰਨਾ। ਬਹੁਤ ਸਾਰੀ ਐਪਲੀਕੇਸ਼ਨਸ ਨੇ, ਇੰਡਸਟਰੀਅਲ ਐਪਲੀਕੇਸ਼ਨਸ ਹੋ ਸਕਦੀਆਂ ਨੇ, ਠੀਕ ਹੈ। ਇਹ ਤਾਂ ਮੇਰੇ ਕੋਲ ਇੱਕ ਪ੍ਰੋਜੈਕਟ ਆ ਗਿਆ। ਜਦੋਂ ਵੀ ਤੁਹਾਨੂੰ ਅਲਕੋਹਲ ਜਿੱਥੇ ਆ ਗਿਆ, ਠੀਕ ਹੈ, ਉਹਨੂੰ ਕੰਟਰੋਲ ਕਰਨ ਦੀ ਲੋੜ ਪਵੇ ਉਸ ਪ੍ਰੋਜੈਕਟ ਦੇ ਵਿੱਚ, ਉਸ ਇਨੋਵੇਸ਼ਨ ਪੁਆਇੰਟ ਦੇ ਉੱਤੇ, ਆਈਡੀਆ ਦੇ ਉੱਤੇ, ਉਸ ਇਨੋਵੇਸ਼ਨ ਆਈਡੀਆ ਦੇ ਵਿੱਚ, ਦੈਨ ਤੁਸੀਂ ਕੀ ਯੂਜ਼ ਕਰਨਾ ਜੀ, MQ3 ਸੈਂਸਰ ਯੂਜ਼ ਕਰਨਾ। ਇਹ ਤਾਂ ਆਪਣੇ ਕੋਲੇ ਸਿੰਪਲੀ ਇੱਕ ਪ੍ਰੋਜੈਕਟ ਹੋ ਗਿਆ। ਦੈਨ ਅਗਰ ਮੀਥੇਨ ਕੰਟਰੋਲ ਕਰਨੀ ਹੈ, ਮੀਥੇਨ ਡਿਟੈਕਟ ਕਰਨੀ ਹੈ, ਬੈਂਜ਼ੀਨ, ਗੈਸੋਲੀਨ, ਹੈਕਜ਼ੇਨ, ਕਾਰਬਨ ਮੋਨੋਆਕਸਾਈਡ, LPG ਦਾ ਬਹੁਤ ਵਧੀਆ ਇਹ ਘਰਾਂ ਦੇ ਵਿੱਚ ਯੂਜ਼ ਹੋ ਸਕਦਾ MQ ਸੈਂਸਰ। ਕਿ ਅਗਰ MQ3 ਸੈਂਸਰ ਦੀ ਵਰਤੋਂ ਕਰਕੇ ਆਪਾਂ ਇਹ ਪ੍ਰੋਜੈਕਟ ਬਣਾ ਲਿਆ ਸੀ, ਅਗਰ ਰਸੋਈ ਦੇ ਵਿੱਚ LPG ਗੈਸ ਲੀਕ ਹੁੰਦੀ ਆ ਤਾਂ ਬਜ਼ਰ ਆਨ ਹੋ ਜਾਏਗਾ,
ਠੀਕ ਹੈ ਨਹੀਂ, ਤੇ ਉਹਦੇ ਵਿੱਚੋਂ ਬੀਪ ਦੀ ਸਾਊਂਡ ਜਿਹੜੀ ਹੈਗੀ ਆ ਉਹ ਆਉਣੀ ਸ਼ੁਰੂ ਹੋ ਜਾਊਗੀ। ਤਾਂ ਇਹ ਕੀ ਹੋਗੀ ਕਿ ਵਾਰਨਿੰਗ ਹੋਗੀ ਕਿ ਜੀ LPG ਬਹੁਤ ਜ਼ਿਆਦਾ ਖਤਰਨਾਕ ਗੈਸ ਹੈਗੀ ਆ, ਰਸੋਈ ਦੇ ਵਿੱਚ ਉਹ ਲੀਕ ਹੋਣੀ ਸ਼ੁਰੂ ਹੋ ਗਈ ਹੈ। ਉਸ ਤੋਂ ਇਲਾਵਾ ਹੁਣ ਬਜ਼ਰ ਦੇ ਵਿੱਚੋਂ ਬੀਪ ਦੀ ਆਵਾਜ਼ ਜਿਹੜੀ ਹੈਗੀ ਆ ਉਹ ਆਉਣੀ ਸ਼ੁਰੂ ਹੋ ਗਈ। ਤੇ ਸਪੋਜ਼ ਕਰੋ ਆਪਣੇ ਕੋਲੇ ਗੈਸ, ਖਤਰਨਾਕ ਗੈਸ ਕੋਈ ਵੀ ਡਿਟੈਕਟ ਹੋ ਜਾਂਦੀ ਆ ਕੰਟਰੋਲਰ ਦੇ ਦੁਆਰਾ, ਇਸ ਡਿਵਾਈਸ ਦੇ ਦੁਆਰਾ, ਦੈਨ ਜਿਹੜਾ ਐਗਜ਼ੌਸਟ ਹੈਗਾ ਉਹ ਔਨ ਹੋ ਜੇ, ਯਾਨੀ ਕਿ ਆਪਣੇ ਆਪ ਜਿਹੜੀ ਹੈਗੀ ਆ ਇਹ ਗੈਸ ਹੈਗੀ, ਖਤਰਨਾਕ ਗੈਸ ਹੈਗੀ ਆ ਉਹ ਰਸੋਈ ਤੋਂ ਬਾਹਰ ਚਲੀ ਜਾਵੇ। ਇਹ ਵੀ ਇੱਕ ਟਾਈਪ ਦਾ ਪ੍ਰੋਜੈਕਟ ਹੋ ਗਿਆ ਸਾਡੇ ਕੋਲੇ। ਹੁਣ ਇਹਦਾ ਡਿਜ਼ਾਈਨ ਹੋ ਗਿਆ ਵੀ ਤੁਸੀਂ ਅਲਕੋਹਲਿਕ ਸੈਂਸਰ ਬਣਾਉਣਾ ਹੈਗਾ, ਦੂਜਾ ਆਈਡੀਆ ਇਹ ਹੋ ਗਿਆ ਵੀ ਅਲਕੋਹਲ ਸੈਂਸਰ ਬਣਾਉਣਾ, ਠੀਕ ਹੈ, ਉਹਨੂੰ ਹੋਰ ਜ਼ਿਆਦਾ ਇੰਪਰੂਵ ਕਰ ਦਿਓ, ਡਿਜ਼ਾਈਨ ਸੌਖਾ ਕਰ ਦਿਓ। ਸੋ ਇਹ ਮੇਰੇ ਕੋਲੇ ਅਲਕੋਹਲ ਡਿਟੈਕਟ ਕਰਨ ਦੇ ਜਿਹੜੇ ਹੈਗੇ ਨੇ ਉਹ ਡਿਜ਼ਾਈਨ ਨੇ ਵੱਖਰੇ ਵੱਖਰੇ ਕੰਪਨੀ ਦੇ। ਤੁਸੀਂ ਇਹਦੇ ਵਿੱਚ ਡਿਜ਼ਾਈਨ ਚੇਂਜ ਕਰ ਸਕਦੇ ਹੋ, ਅਗਰ ਕਿਸੇ 'ਚ ਕੋਈ ਕਮੀ ਪੇਸ਼ੀ ਹੈਗੀ ਹੈ ਕਿਸੇ ਵੀ ਡਿਵਾਈਸ ਦੇ ਵਿੱਚ ਤਾਂ ਉਹਨੂੰ ਵੀ ਤੁਸੀਂ ਇੰਪਰੂਵ ਕਰ ਸਕਦੇ ਹੋ। ਤੁਸੀਂ ਇੱਥੇ ਦੇਖ ਰਹੇ ਹੋ ਕਈ ਡਿਵਾਈਸਿਸ ਦੇ ਵਿੱਚ ਜਿਹੜੀ ਹੈਗੀ LCD ਸਕਰੀਨ ਵਰਤੀ ਹੋਈ ਹੈਗੀ ਆ। ਸੋ ਅਸੀਂ ਨੇ LCD ਸਕਰੀਨ ਵੀ ਵਰਤੀ ਆ ਤੇ LED ਵੀ ਆਪਣੇ ਜਿਹੜੇ ਪ੍ਰੋਜੈਕਟ ਦੇ ਵਿੱਚ ਯੂਜ਼ ਆਊਟ ਕੀਤੇ ਨੇ। ਸੋ ਸਟੂਡੈਂਟਸ, ਮੈਂ ਉਮੀਦ ਕਰਦਾ ਵੀ ਤੁਸੀਂ ਇਸ ਜਿਹੜੇ ਲੈਕਚਰ ਤੋਂ ਫਾਇਦਾ ਚੱਕੋਗੇ ਤੇ ਨਾਲ ਦੇ ਨਾਲ ਕੋਈ ਇਨੋਵੇਟਿਵ ਆਈਡੀਆ ਜਿਹੜਾ ਸੋਚੋਗੇ ਤੇ ਉਸ ਨੂੰ ਜ਼ਰੂਰ ਤੁਸੀਂ ਕੰਪਲੀਟ